ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਅਸੀਂ ਇਹ ਵੀ ਕਰ ਰਹੇ ਹਾਂ ਕਿ ਅੜਿੱਕਾ ਕੀ ਹੈ। ਅਜਿਹਾ ਕਿਹੜਾ ਮੁੱਦਾ ਹੈ ਕਿਸਾਨਾਂ ਦਾ ਜਿਨ੍ਹਾਂ ਦੇ ਉੱਤੇ ਸਹਿਮਤੀ ਨਹੀਂ ਦੋਵੇਂ ਫੋਰਮਾਂ ਦੇ ਵਿੱਚ। ਇੱਕ ਪਾਸੇ ਸ਼ੰਭੂ ਖਨੌਰੀ ਫੋਰਮ ਹੈ, ਦੂਜੇ ਪਾਸੇ ਜਿਹੜਾ ਐਸਕੇਐਮ ਹੈ। ਹੁਣ ਪੁਆਇੰਟ ਇਹ ਹੈ ਕਿ ਕੇਂਦਰ ਦੇ ਡਰਾਫਟ ਦਾ ਵਿਰੋਧ ਦੋਵੇਂ ਫੋਰਮ ਕਰ ਰਹੇ ਨੇ, ਐਮਐਸਪੀ ਦੀ ਲੀਗਲ ਗਰੰਟੀ ਦੀ ਡਿਮਾਂਡ ਦੋਵੇਂ ਫੋਰਮ ਕਰ ਰਹੇ ਨੇ, ਕਿਸਾਨਾਂ ਦੇ ਕਰਜ਼ ਦੇ ਮੁੱਦੇ ਦੇ ਉੱਤੇ ਦੋਵੇਂ ਫੋਰਮਾਂ ਦਾ ਸਟੈਂਡ ਸੇਮ ਹੈ। ਤਾਂ ਫਿਰ ਕਿਹੜਾ ਅਜਿਹਾ ਇਸ਼ੂ ਹੈ ਜਿਸ ਦੇ ਉੱਤੇ ਦੋਵਾਂ ਦੀ ਸਹਿਮਤੀ ਨਹੀਂ ਬਣ ਰਹੀ? ਕਿ ਕੁਝ ਆਗੂ ਨੇ ਤੇ ਉਹਨਾਂ ਦੇ ਬਿਆਨ ਨੇ ਜਿਸ ਦੀ ਵਜ੍ਹਾ ਨਾਲ ਇਹ ਸਹਿਮਤੀ ਨਹੀਂ ਬਣ ਪਾ ਰਹੀ ਜਾਂ ਵੱਖਰੇ ਵੱਖਰੇ ਨੇ? ਕਿ ਉਹਨਾਂ ਦੇ ਵਿੱਚੋਂ ਇੱਕ ਨਾਮ ਰਾਕੇਸ਼ ਟਿਕੈਤ ਹੈ। ਮੈਂ ਰਾਕੇਸ਼ ਟਿਕੈਤ ਦਾ ਨਾਮ ਇਸ ਕਰਕੇ ਲੈ ਰਿਹਾ ਕਿਉਂਕਿ ਕਾਕਾ ਸਿੰਘ ਕੋਟੜਾ ਦੇ ਵੱਲੋਂ ਜਿਹੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਡੱਲੇਵਾਲ ਵਾਲੀ ਜਥੇਬੰਦੀ ਹੈ ਉਸਦੇ ਆਗੂ ਨੇ ਉਹ ਨਿਸ਼ਾਨਾ ਸਾਧ ਰਹੇ ਨੇ ਰਾਕੇਸ਼ ਟਿਕੈਤ ਤੇ ਉਹ ਕਹਿ ਰਹੇ ਨੇ ਕਿ ਸਟੇਟ ਵਾਈਜ਼ ਰਾਕੇਸ਼ ਟਿਕੈਤ ਸਟੇਟਮੈਂਟ ਦਿੰਦੇ ਨੇ। ਪੰਜਾਬ ਦੇ ਵਿੱਚ ਵੱਖਰੀ ਹੈ, ਦਿੱਲੀ 'ਚ ਵੱਖਰੀ ਹੈ, ਯੂਪੀ 'ਚ ਵੱਖਰੀ ਹੈ। ਇਹ ਉਹਨਾਂ ਦੇ ਕਹਿਣ ਦਾ ਮਤਲਬ ਹੈ। ਕਾਕਾ ਕੋਟੜਾ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਓ। 12 ਮੰਗਾਂ ਲੜ ਰਹੇ ਹਾਂ ਜਿਹੜੇ ਅਸੀਂ ਆਉਂਦੇ ਆ ਜਿੱਥੇ ਟਰਾਲੀਆਂ ਸਾਡੇ ਖੜੇ ਨਾਲ 10 ਟਰਾਲੀਆਂ ਉਹ ਖੜਾ ਦੇਣ। ਇਹ ਤਾਂ ਲੜਨਾ ਹੈ ਅਸੀਂ, ਜਿਹੜਾ ਸਾਡਾ ਮੋਰਚਾ ਹੋਰ ਲੰਮਾ ਹੋ ਜਾਣਾ। ਠੀਕ ਹੈ ਨਾ। ਸਥਿਤੀ ਹੈ ਜਿਹੜੀ ਸਰਕਾਰ ਨੂੰ ਮੌਕਾ ਨਹੀਂ ਮਿਲਣਾ ਚਾਹੀਦਾ। ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਸਾਰੇ ਪਾਲਿਸੀ ਜਦੋਂ ਤਰੀਕੇ ਨਾਲ ਜਾਵਾਂਗੇ ਤਾਂ ਉਸ ਤਰੀਕੇ ਦੇ ਨਾਲ ਖਾਸ ਕਰਕੇ ਟਿਕੈਤ ਸਾਹਿਬ ਦਾ ਜਿਹੜਾ ਦਿਮਾਗ ਹੈ ਉਸ ਤੇ ਗੌਰ ਕਰਨੀ ਚਾਹੀਦੀ ਹੈ। ਉਹਦਾ ਹਰਿਆਣੇ 'ਚ ਵੜ ਜੇ ਹੋਰ ਬਿਆਨ ਹੁੰਦਾ, ਦਿੱਲੀ ਹੋਵੇ ਹੋਰ ਹੁੰਦਾ, ਮੀਡੀਆ ਤੇ ਯੂਪੀ 'ਚ ਹੋਰ ਹੁੰਦਾ, ਪੰਜਾਬ ਦੇ ਵਿੱਚ ਆ ਕੇ ਸਾਡੇ ਜਿਹੜੇ ਭਰਾ ਲੜ ਰਹੇ ਆ ਉਹਨੂੰ ਮਜਬੂਰ ਕਰ ਲਿਆ, ਉਹਨੂੰ ਬੋਲਣਾ ਪਿਆ ਤੇ ਕੱਲ ਨੂੰ ਜਾ ਕੇ ਦੇਖੋ ਟਿਕੈਤ ਦਾ ਸਾਹਿਬ ਦਾ ਬਿਆਨ ਕੀ ਹੋਊਗਾ। ਇਸ ਗੱਲ ਤੇ ਉਹ ਸਾਡੇ ਭਰਾ ਜਿਹੜੇ ਚੰਗੀ ਤਰ੍ਹਾਂ ਜਾਣਦੇ ਨੇ। ਫਿਰ ਵੀ ਅਸੀਂ ਤਾਂ ਸਤਿਕਾਰਯੋਗ ਕਹਾਂਗੇ ਜਿਹੜੇ ਇੱਥੇ ਆਗੂ ਉਹਨਾਂ ਨੇ ਫੈਸਲਾ ਲਿੱਤਾ ਹੈ ਜੋ ਆ ਰਹੇ ਨੇ। ਖੈਰ ਵੈਲਕਮ ਤਾਂ ਕੀਤਾ ਜਾ ਰਿਹਾ ਕਿ ਜੇਕਰ ਉਹ ਆਉਣਗੇ ਤਾਂ ਵੈਲਕਮ ਹੈ, ਜਿਹੜਾ ਉਹਨਾਂ ਨੇ ਫੈਸਲਾ ਲਿਆ ਵੈਲਕਮ ਹੈ, ਜੇਕਰ ਉਹ ਏਕਾ ਕਰਨਾ ਚਾਹੁੰਦੇ ਨੇ ਤਾਂ ਵੈਲਕਮ ਹੈ, ਹਰ ਚੀਜ਼ ਦੇ ਉੱਤੇ ਵੈਲਕਮ ਹੈ। ਤਾਂ ਕਿੱਥੇ ਜਿਹੜਾ ਪੂਰਾ ਮਾਮਲਾ ਫਸਿਆ ਹੋਇਆ ਉਸ ਦੇ ਉੱਤੇ ਹੀ ਗੱਲਬਾਤ ਕਰਾਂਗੇ। ਮੈਂ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਅਭਿਮਨਿਊ ਕੋਹਾੜ ਜੀ ਜੁੜ ਰਹੇ ਨੇ, ਖਨੌਰੀ ਮੋਰਚੇ ਨੂੰ ਰਿਪਰੈਜ਼ੈਂਟ ਕਰਨਗੇ। ਕੋਹਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਆਪਕਾ। ਸਾਡੇ ਨਾਲ ਰਵਨੀਤ ਬਰਾੜ ਜੀ ਜੁੜ ਰਹੇ ਨੇ, ਐਸਕੇਐਮ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ। ਸਾਡੇ ਨਾਲ ਸੁਖਪਾਲ ਸਿੰਘ ਜੀ ਜੁੜ ਰਹੇ ਨੇ, ਐਗਰੀਕਲਚਰ ਐਕਸਪਰਟ ਦੇ ਤੌਰ ਦੇ ਉੱਤੇ। ਸੁਖਪਾਲ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਗੁਣੀ ਪ੍ਰਕਾਸ਼ ਜੀ जुड़ रहे हैं, मेंबर ने एमएसपी वाली कमेटी दे। गुणी प्रकाश जी आपका भी बहुत बहुत स्वागत है। सभी मेहमानों का स्वागत है। मैं शुरुआत कर रहे हैं कोहाड़ साहब आपसे, वेलकम आप कर रहे हैं। थोड़ा सा ये पहले बताइए कि अभी तक 10-11 महीने हो चुके हैं डल्लेवाल साहब की अनशन को, लगभग 40-45 दिन हो चुके हैं। ये समझौता या सुलह या एकता क्यों नहीं हो पाई अब तक? आपने वेलकम किया है तो क्या ये समझा जाए कि किसी ने आगे बढ़ा लिया, हाथ कदम बढ़ा लिए आगे, तो आपकी तरफ से भी 2 कदम आगे बढ़ाए जाएंगे इस एकता के लिए? देखिए गौरव जी, मुझे लगता है कि पूरा प्रोस्पेक्टिव समझने की बड़ी जरूरत है जी। हम इसको जस्ट आज से ही पूरे मूवमेंट को ना देखें। ये मूवमेंट अब 13 फरवरी से तो लोग सड़कों पे आ गए थे, उससे पहले 14 दिसंबर से इस मूवमेंट की तैयारी करी जा रही है। 14 दिसंबर 2023 की मैं बात कर रहा हूं। और उसी समय से जब करतार सिंह सराबा जी के गांव सराबा में बहुत बड़ी महापंचायत हुई थी पंजाब में, उसके बाद साउथ इंडिया में भी महापंचायत हुई, उत्तर प्रदेश में हुई, हरियाणा में बहुत सारे ट्रैक्टर मार्च और महापंचायतें हुई, तो लगातार कार्यक्रम उसी समय से जारी है। हमने उस समय भी ये बात कही थी कि जिस भी साथी को, जिस भी संगठन को ये लगता है कि एमएसपी गारंटी कानून बनवाना जरूरी है, लखीमपुर खीरी के घायलों और शहीदों को न्याय दिलाना जरूरी है, 2020-21 के आंदोलन की पेंडिंग मांगों को पूरा कराना जरूरी है, उन साथियों का सबका स्वागत है, उन सबका हम वेलकम करेंगे। हमारा मूवमेंट 13 फरवरी से शुरू हुआ। उससे पहले ही मैं आपको एक घटना याद दिला दूं, 3 फरवरी की। 3 फरवरी 2024 की मैं बात कर रहा हूं। उस समय हरियाणा के नारनौंद में पूरी स्टेट लेवल की एक बड़ी महारैली थी, 20 से 25 हजार किसान शामिल थे और उसकी जो डेट रखी गई थी उसकी, वो दिसंबर 2023 में ही रख दी गई थी। लेकिन जानबूझ के कुछ लोगों ने, दूसरे साथियों ने 3 फरवरी को ही पैरेलल महापंचायत रख दी, हमारी महापंचायत से 30 किलोमीटर दूर। लेकिन हरियाणा की जनता ने बता दिया किस विचार के वो साथ है, उसकी आप संख्या निकलवा के देख लीजिए। उस दिन, उससे 5-6 दिन पहले सरदार जगजीत सिंह डल्लेवाल जी की धर्मपत्नी का देहांत हो गया था। उसके बावजूद वो वहां पे आए थे और महापंचायत में हरियाणा में शामिल हुए। उन्होंने कहा कि ये जो किसान बैठे हैं
ये भी मेरा परिवार है और इनकी आत्महत्या रोकना हम सब किसान नेताओं की जिम्मेदारी है और इसके लिए हम लड़ाई लड़ेंगे। लेकिन उसी दिन कुछ और साथियों ने 3 तारीख को, जो आज दूसरे एसकेएम में है, ऑन रिकॉर्ड उनकी वीडियोस पड़ी हैं, उन्होंने वीडियो बार बार डाली कि नहीं, हम इस आंदोलन के साथ नहीं हैं, किसी को नहीं जाना है, इस तरीके की उन्होंने बयानबाजी वीडियो में करी। चलो, अगर कोई साथी साथ नहीं आना चाहता वो उसकी मर्जी है, हम जबरदस्ती नहीं कर सकते, लेकिन कम से कम इस तरीके से वीडियो डाल डाल के जबरदस्ती किसी से बुलवा के वो क्या करना चाह रहे थे? वो क्या सरकार को शय दे रहे थे? जब हमारा आंदोलन शुरू हुआ उसके बाद जो उन्होंने बयानबाजी करी। लेकिन मैं अंत में गौरव भाई ये बात जरूर कहना चाहूंगा, देखिए, अगर देरी से आगे तो भी अच्छी बात है, हमें अब पुरानी बातें को मैं नहीं करना चाहता, पुरानी बातों पे मैं नहीं जाना चाहता। अभी जो सबसे महत्वपूर्ण बात है, अभी जो सबके लिए प्रायोरिटी होनी चाहिए, वो ये है कि एमएसपी गारंटी कानून बने, और एमएसपी गारंटी कानून बनेगा तो किसानों की आत्महत्या रुकेगी। अभी सबके लिए प्रायोरिटी, मैं उसी बात पर आ रहा था। मैं एक आपका छोटा सा कमेंट, मतलब पॉइंट ये है कि जब दो पक्षों में, देखिए, किसानों की 2 अलग अलग फोरम का जिक्र हो रहा है, लेकिन अगर परिवार में 2 लोगों के बीच भी कोई मसला हो जाए, 2 पड़ोसियों के बीच में कोई मुद्दा बन जाए, तो अगर समझौते वाले पॉइंट के ऊपर पहुंचना है, एकजुट होना है, तो फिर पुरानी बातों को तो भुलाना पड़ता है कि आपने 3 फरवरी को बुला ली थी महापंचायत, आपने 4 जनवरी को बुला ली थी, आपने ये बोला, हमने ये बोला। जैसे आपके पास तर्क हैं, हो सकता है उनके पास भी 8-10 तर्क ऐसे हो या उससे भी ज्यादा हो। मतलब मैं ये कह रहा हूं कि सिक्के के दोनों पहलू होते हैं, आप अपना पक्ष रखेंगे, वो अपना पक्ष रखेंगे, तो इस तरह से बात तो जो चाह रहे हैं दोनों फोरम, वो हो नहीं पाएगी। गौरव जी, मैंने अंत में यही निवेदन किया। देखिए, मैं बड़ी विनम्रता पूर्वक आपसे एक बात कहता हूं, आप एक बहुत ही सम्मानित पत्रकार हैं। अभी 4-5 दिन पहले की बात छोड़ दीजिए, उससे पहले मैं बड़े विनम्रता पूर्वक आपसे हाथ जोड़ के पूछना चाह रहा हूं, हमारी तरफ से कोई भी एक भी स्टेटमेंट, आप मेरा कोई भी एक भी स्टेटमेंट दिखा दीजिए, मैंने किसी दूसरे फोरम के नेता के बारे में कोई एक शब्द भी बोला हो। और आखिरी 4-5 दिनों में भी इसलिए बोलना पड़ा जब सरदार जगजीत सिंह डल्लेवाल जी की हालत इतनी नाजुक है, उस समय एक नेता एक पंचायत में जाके, दूसरे स्टेट में जाके कहते हैं, हाँ सरकार करा रही है, सरकार करा रही है आंदोलन, हाँ अभी चलेगा, अभी 1 शहीद होंगे, 2 होंगे, अभी 25 शहीद होंगे। इस तरीके की वो बयानबाजी कर रहे हैं। वो पानी सर से ऊपर चला गया था, उसकी वजह से हमें बोलना पड़ा, नहीं तो उस समय भी हम बोलना नहीं चाहते थे। आज भी मैं बड़ी जिम्मेदारी के साथ ये बात आपसे कहना चाह रहा हूं, बड़े सत्कार के साथ मैं ये बात कहना चाह रहा हूं, हम एकता के पक्षधर हैं, हम यूनिटी विद प्रिंसिपल्स के पक्षधर हैं, और पूरे देश के किसानों की एकता होनी चाहिए, उसी के बाद मजबूत आंदोलन लड़ा जा सकता है। लेकिन मेरा एक निवेदन, और अंत में मैं ये जरूर कह दूं, आज मुझे ये देख के बहुत अच्छा लगा, ये चीज मैं उसका सबसे ज्यादा स्वागत मैं उस बात का करूंगा कि आज हमारे साथियों ने मोघा में एक सबसे बड़ा महत्वपूर्ण फैसला ये लिया, मेरी नजरों में वो सबसे महत्वपूर्ण फैसला था। उन्होंने कहा कि हमारे फोरम का कोई भी नेता, कोई भी व्यक्ति जगजीत सिंह डल्लेवाल जी के आमरण अनशन के विषय में, आंदोलन के विषय में कोई भी टोका टिप्पणी नहीं करेगा। मुझे लगता है कि एक ये बहुत अच्छा डिसीजन है और इस चीज की हम तारीफ भी करते हैं। ठीक है, चलिए, बात यह है कि एक तरफ से सीज फायर हो गया है, मैं सीज फायर शब्द का इस्तेमाल कर रहा हूं, शायद आपको या कुछ लोगों का आपत्ति हो, लेकिन एक तरफ से सीज फायर हो गया, दूसरी तरफ से अभी नहीं हुआ। काका कोटड़ा जी की स्टेटमेंट हमने सुनवा दी है, आप भी थोड़े से तल्ख नजर आ रहे हैं। मैं आपके पास वापस आता हूं, सबको ऐड कर लूं। रवनीत बराड़ जी साडे नाल जुड़े हुए ने। बराड़ साहब, एसकेएम ਨੂੰ डिसीजन क्यों लेना पै ਰਿਹਾ है? ਏਕੇ वाला डिसीजन देखो, मैं बहुत सारे लोगों ਨੂੰ सुन रहा सी, गलबात की इस पूरे मोगा वाले घटनाक्रम तो बाद, बहुतियां दे तर्क इस तरीके नाल भी है कि तुहाडे उत्ते बड़ा दबाव है कि तुसीं क्यों किनारा करके बैठे हो। पंजाब दीयां जथेबंदियां ਜਦੋਂ लोग डल्लेवाल साहब की सेहत ਨੂੰ ਲੈ ਕੇ बहुत चिंतित ने, तो उस समय तुसीं दूर बैठे हो, इस करके बड़ा दबाव तुहाडे उत्ते महसूस कर रहे हो, प्रेशर हो। धन्यवाद गौरव जी, मैं ना 2 मिनट दिओ, मैं फिर थोड़ा जिहा तुहानूं समझा के, क्योंकि दर्शकों ਨੂੰ ਫੇਰ ਹੀ ਸਮਝ ਲੱਗੂਗੀ। ठीक है, देखो, ਪਹਿਲਾਂ ਆਪਾਂ ਅੰਡਰਸਟੈਂਡ ਕਰੀਏ ਵੀ ਜਿੰਨੀਆਂ ਵੀ ਜਥੇਬੰਦੀਆਂ ਹੁੰਦੀਆਂ, ਇੱਕ ਆਰਗੇਨਾਈਜੇਸ਼ਨ ਹੁੰਦੀ ਹੈ, ਹਰ ਦਾ ਇੱਕ ਸੰਵਿਧਾਨ ਹੁੰਦਾ, ਹਰ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੁੰਦਾ। ਜਦੋਂ ਵੀ ਕਿਤੇ ਅਸੀਂ ਅੰਦੋਲਨ ਲੜਦੇ ਹਾਂ, ਜਿਵੇਂ 2000 ਪਹਿਲਾਂ ਵਾਲਾ ਲੜਿਆ ਸੀ ਅਸੀਂ, ਜਿਹੜਾ ਫਾਰਮਰ ਪ੍ਰੋਟੈਸਟ ਸੀ ਦਿੱਲੀ, ਹਨਾ, ਤਕਰੀਬਨ 1.25 ਸਾਲ ਚੱਲਿਆ ਸੀ, ਉਹਦੇ ਵਿੱਚ ਕੀ ਹੋਇਆ ਸੀ, ਇੱਕ ਮਿਨੀਮਮ ਪ੍ਰੋਗਰਾਮ ਲਿਖਿਆ ਜਾਂਦਾ ਹੈ, ਮਿਨੀਮਮ ਪ੍ਰੋਗਰਾਮ ਤੇ ਮੀਟਿੰਗਸ ਚੱਲਦੀਆਂ, ਫਿਰ ਜਿਹੜੀ ਜਥੇਬੰਦੀ ਸਹਿਮਤ ਹੁੰਦੀ ਹੈ ਉਹਦੇ ਵਿੱਚ ਆ ਜਾਂਦੀ ਹੈ, ਤਾਂ ਫਰਦਰ ਉਹਦੀ ਰੂਪਰੇਖਾ ਤਿਆਰ ਹੁੰਦੀ ਹੈ। ਠੀਕ ਹੈ, ਸੋ ਸੇਮ ਆਪਾਂ ਪਹਿਲਾਂ ਜਦੋਂ ਕਿਸੇ ਆਰਗੇਨਾਈਜੇਸ਼ਨ ਨੂੰ ਆਪਦੇ ਨਾਲ ਜੋੜਨਾ, ਕੋਈ
ਅਲੱਗ-ਅਲੱਗ ਵਿਚਾਰਧਾਰਾਂ ਦੀਆਂ ਆਰਗੇਨਾਈਜੇਸ਼ਨ ਦੇ ਇਕੱਠੀਆਂ ਜੁੜਨਗੀਆਂ, ਪਹਿਲਾਂ ਤਾਂ ਉਹਨਾਂ ਨੂੰ ਇੱਕ ਮਿਨੀਮਮ ਪ੍ਰੋਗਰਾਮ ਲਿਖਣਾ ਪੈਣਾ, ਫਿਰ ਉਹਦੇ ਤੇ ਮੀਟਿੰਗਸ ਕਰਨੀਆਂ ਪੈਣੀਆਂ, ਫਿਰ ਅਗਲਾ ਦੌਰ ਚੱਲਦਾ ਹੈ। ਠੀਕ ਹੈ। ਹੁਣ ਦੂਸਰੀ ਗੱਲ ਤੇ ਮੈਂ ਉਹਨਾਂ ਤੁਹਾਡੀ ਤੇ ਜਿਹੜੀ ਤੁਸੀਂ ਕੀਤੀ ਵੀ ਪ੍ਰੈਸ਼ਰ ਵਾਲੀ, ਦੇਖੋ ਪਹਿਲਾਂ ਇੱਕ ਚੀਜ਼ ਅੰਡਰਸਟੈਂਡ ਕਰੀਏ, ਜੇ ਸਾਡੇ ਸਾਥੀ ਖਨੌਰੀ ਜਾਂ ਦੂਸਰੇ ਸ਼ੰਭੂ ਬਾਰਡਰ ਤੇ ਬੈਠੇ ਹੈ, ਜਦੋਂ ਉਹਨਾਂ ਤੇ ਤਸ਼ੱਦਦ ਹੁੰਦਾ ਹੈ, ਨਾਲ ਦੀ ਨਾਲ ਅਸੀਂ ਇੱਥੇ ਕੋਈ ਬਰਾਬਰ ਉਹਨਾਂ ਦੇ ਪ੍ਰੋਗਰਾਮ ਦਿੰਦੇ ਹਾਂ ਤਾਂ ਕਿ ਸਰਕਾਰ ਤੇ ਦਬਾਅ ਬਣਿਆ ਰਵੇ। ਅਸੀਂ ਬੇਸ਼ੱਕ ਉਹ ਅੰਦੋਲਨ ਉੱਥੇ ਬਾਰਡਰਾਂ ਤੇ ਲੜ ਰਹੇ ਆ, ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਹਮੇਸ਼ਾ ਤਤਪਰ ਰਹੇ ਹਾਂ। ਤੀਸਰੀ ਗੱਲ, ਦਬਾਅ ਨਹੀਂ, ਪਰ ਸਾਡੇ ਜਿਹੜੇ ਸਤਿਕਾਰਯੋਗ ਆਗੂ ਆ, ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਪਿਛਲੇ ਅੰਦੋਲਨ ਦੇ ਵਿੱਚ ਸਾਡੇ ਨਾਲ ਰਹੇ ਆ, ਬਾਕੀ ਵੀ ਜਿੰਨੇ ਉੱਥੇ ਸਾਥੀ ਜੁੜੇ ਆ ਉਹ ਸਾਡੇ ਨਾਲ ਰਹੇ ਆ। ਸੋ ਸਾਡਾ ਇੱਕ ਪਹਿਲਾਂ ਜਿਵੇਂ ਤੁਸੀਂ ਕਿਹਾ, ਮੈਨੂੰ ਬੜੀ ਵਧੀਆ ਗੱਲ ਲੱਗੀ ਵੀ ਜਦੋਂ ਇੱਕ ਪਰਿਵਾਰ ਦੇ ਵਿੱਚ ਜੇ 4 ਭਾਈ ਵੀ ਹੁੰਦੇ ਆ ਨਾ, ਮਨਮਟਾ ਉਹਨਾਂ ਦੇ ਵਿੱਚ ਵੀ ਹੋ ਜਾਂਦਾ, ਪਰ ਉਹ ਮਨਮਟਾ ਜੇ ਆਪਾਂ ਮੂੰਹ ਇੱਕ ਦੂਜੇ ਦਾ ਇੱਧਰ ਨੂੰ ਕਰਕੇ ਜਾਂ ਇੱਕ ਦੂਸਰੇ ਨੂੰ ਬੁਰਾ ਭਲਾ ਕਹੀ ਜਾਵਾਂਗੇ, ਜਿੰਨਾ ਚਿਰ ਆਪਾਂ ਬੁਰਾ ਭਲਾ ਕਹਿਣਾ ਬੰਦ ਨਹੀਂ ਕਰਦੇ, ਉਹਨਾਂ ਚਿਰ ਅਗਲਾ ਸਟੈਪ ਨਹੀਂ ਲਿਆ ਜਾਂਦਾ। ਬਿਲਕੁਲ। ਐਸਕੇਐਮ ਨੇ ਅੱਜ ਪਹਿਲ ਕਦਮੀ ਕੀਤੀ ਹੈ ਵੀ ਕੋਈ ਵੀ ਇਹੋ ਜਿਹਾ ਬਿਆਨ ਜਾਣੇ ਅਣਜਾਣੇ ਚ ਵੀ ਨਾ ਦਿੱਤਾ ਜਾਵੇ। ਦੇਖੋ ਕਈ ਵਾਰੀ ਕੁਝ ਬਿਆਨ ਤਰੋੜ ਮਰੋੜ ਕੇ ਜਾਂ ਕਈ ਵਾਰੀ ਬੰਦੇ ਤੋਂ ਕੋਈ ਇਹੋ ਜਿਹਾ ਬਿਆਨ ਦਿੱਤਾ ਜਾਂਦਾ ਜਿਹਦਾ ਮਤਲਬ ਨਹੀਂ ਉਹ ਹੁੰਦਾ, ਸੋ ਜਾਣੇ ਅਣਜਾਣੇ ਚ ਵੀ ਬਿਆਨ ਨਾ ਦਿੱਤਾ ਜਾਵੇ ਤੇ ਅਗਲਾ ਸਟੈਪ ਲੈਣ ਲਈ ਪਹਿਲ ਕਦਮੀ ਕੀਤੀ, ਜਿਹਦਾ ਕੱਲ ਨੂੰ ਇੱਕ ਨਵਾਂ ਸਟੈਪ ਲਿਆ ਜਾਵੇ। ਇਹ ਗੱਲ ਟਕੈਤ ਸਾਹਿਬ ਤੇ ਵੀ ਇੰਪਲੀਮੈਂਟ ਹੋਏਗੀ ਹੋਪਫੁਲੀ। ਉਹਨਾਂ ਦੀ ਸਟੇਟਮੈਂਟਸ ਖੂਬ ਚਰਚਾ ਚ, ਕਾਹੜ ਸਾਹਿਬ ਨੂੰ, ਕੋਟੜਾ ਜੀ ਨੂੰ ਬੜਾ ਇਤਰਾਜ਼ ਉਹਨਾਂ ਦੀ ਸਟੇਟਮੈਂਟਸ ਤੇ। ਬਰਾੜ ਜੀ ਦੇਖੋ ਗੌਰਵ ਜੀ, ਦੇਖੋ ਇਹ ਸਾਡੇ ਹਰ ਇੱਕ ਲੀਡਰ ਤੇ, ਭਾਵੇਂ ਉਹ ਆਗੂ ਹੈ ਸੂਬੇ ਦਾ, ਭਾਵੇਂ ਉਹ ਨੈਸ਼ਨਲ ਆਗੂ ਹੈ, ਭਾਵੇਂ ਉਹ ਇੱਕ ਪਿੰਡ ਦੇ ਵਿੱਚ ਛੋਟਾ ਵਰਕਰ ਹੈ, ਹਰ ਤੇ ਇੱਕ ਸਖਤ ਤਾੜਨਾ ਕੀਤੀ ਹੈ ਐਸਕੇਐਮ ਨੇ ਵੀ ਕੋਈ ਵੀ ਇਹੋ ਜਿਹਾ ਬਿਆਨ ਨਹੀਂ ਦੇਣਾ, ਕਿਉਂਕਿ ਦੇਖੋ ਅਸੀਂ ਮਤਲਬ ਤੁਹਾਨੂੰ ਲੱਗਦਾ ਕਿ ਟਕੈਤ ਸਾਹਿਬ ਦੀਆਂ ਸਟੇਟਮੈਂਟ ਇਸ ਤਰੀਕੇ ਦੀਆਂ ਰਹੀਆਂ ਨੇ ਜੋ ਭੰਬਲ ਭੁੱਸੇ ਚ ਪਾਉਂਦੀਆਂ ਨੇ, ਗੁੰਝਲਦਾਰ ਨੇ, ਜਾਂ ਫਿਰ ਜਿਵੇਂ ਕੋਟੜਾ ਜੀ ਨੇ ਕਿਹਾ ਕਿ ਇੱਥੇ ਕੁਝ ਹੋਰ ਉੱਥੇ ਕੁਝ ਹੋਰ, ਮਤਲਬ ਸਟੇਟ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਉਹ ਕਮੈਂਟ ਕਰ ਜਾਂਦੇ ਨੇ? ਨਹੀਂ ਗੌਰਵ ਜੀ, ਦੇਖੋ ਕੁਝ ਨਿੱਜੀ ਵਿਚਾਰ ਹੁੰਦੇ ਆ ਹਰ ਲੀਡਰ ਦੇ, ਕਈ ਵਾਰੀ ਕੁਝ ਚੀਜ਼ ਆਪਾਂ ਅੰਡਰਸਟੈਂਡ ਨਹੀਂ ਕਰ ਸਕਦੇ, ਕੁਝ ਜਿਹੜੇ ਲੈਂਗੁਏਜ ਚ ਕਹਿੰਦੇ ਆ, ਕਈ ਵਾਰੀ ਉਹ ਕਹਿੰਦੇ ਕੁਝ ਹੋਰ ਹੁੰਦੇ, ਕੁਝ ਹੋਰ ਪੋਰਟਰੇਟ, ਉਹ ਮੁੱਦਾ ਆਪਾਂ ਛੱਡ ਦਈਏ, ਕਿਉਂਕਿ ਅੱਜ ਉਹ ਮੁੱਦੇ ਖਤਮ ਕਰਕੇ ਹੀ ਅੱਗੇ ਤੁਰਿਆ ਜਾਂਦਾ ਹੈ। ਜਿਵੇਂ ਤੁਸੀਂ ਗੌਰਵ ਜੀ ਕਿਹਾ, ਜੇ ਪਿਛਲੀਆਂ ਗੱਲਾਂ ਆਪਾਂ ਖਦੇੜੀ ਜਾਵਾਂਗੇ ਤਾਂ ਫਿਰ ਤਾਂ ਧੂੜ ਆਪਦੇ ਤੇ ਹੀ ਪਊਗੀ। ਚਲੋ ਮੈਂ ਚਰਚਾ ਨੂੰ ਅੱਗੇ ਵਧਾਉਣਾ, ਪਰ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਦਾ, ਮੈਂ ਅੱਜ ਤੁਹਾਨੂੰ ਇੱਕ ਇਨਸੀਡੈਂਟ ਦੱਸਦਾ। ਜਦੋਂ 2020 ਦੇ ਵਿੱਚ ਅੰਦੋਲਨ ਦਿੱਲੀ ਵਾਲੇ ਪਾਸੇ ਕੂਚ ਕਰ ਰਿਹਾ ਸੀ ਨਾ, ਬਰਾੜ ਸਾਹਿਬ, ਕੋਹਾੜ ਜੀ ਆਪ ਵੀ ਸੁਣੀਏਗਾ, ਤਾਂ 25 ਨਵੰਬਰ 2020 ਨੂੰ ਮੈਂ ਖਨੌਰੀ ਬਾਰਡਰ ਦੇ ਉੱਤੇ ਸੀ। ਮੈਂ ਤੁਹਾਨੂੰ ਇਨਸੀਡੈਂਟ ਦੱਸ ਰਿਹਾ ਕੀ ਹੋਇਆ ਉੱਥੇ। ਜਦੋਂ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਗਏ, ਉੱਥੇ ਬੈਰੀਕੇਡਿੰਗ ਕੀਤੀ ਹੋਈ ਸੀ, ਉੱਥੇ ਕਿਸਾਨ ਪਹੁੰਚ ਰਹੇ ਸੀ, ਤੇ ਫਿਰ ਉੱਥੇ ਅੱਗੇ ਵਧਣ ਦੀ ਕੋਸ਼ਿਸ਼ ਹੋਈ 26 ਤਰੀਕ ਨੂੰ, ਤੇ ਉੱਥੋਂ ਅੱਗੇ ਨਹੀਂ ਵਧਣ ਦਿੱਤਾ ਗਿਆ। ਖੈਰ ਉਹ ਬੈਰੀਕੇਡ ਹਟਾ ਦਿੱਤੇ ਗਏ ਤੇ ਉਗਰਾਹਾਂ ਜਥੇਬੰਦੀ ਨੇ ਉੱਥੇ ਡਿਸੀਜਨ ਲਿਆ ਕਿ ਨਹੀਂ ਜੀ, ਅਸੀਂ ਇੱਥੇ ਹੀ ਬੈਠਾਂਗੇ, ਅਸੀਂ ਖਨੌਰੀ ਬਾਰਡਰ ਦੇ ਉੱਤੇ ਹੀ ਬੈਠੇ ਹਾਂ ਤੇ ਅਸੀਂ ਦਿੱਲੀ ਵਾਲੇ ਪਾਸੇ ਕੂਚ ਨਹੀਂ ਕਰਨਾ। ਪਰ ਉੱਥੇ ਮੌਜੂਦ ਉਹਨਾਂ ਦੇ ਸਾਥੀਆਂ ਦਾ, ਜਿਹੜੇ ਆਮ ਉੱਥੇ ਕਿਸਾਨ ਪਹੁੰਚੇ ਹੋਏ ਸੀ, ਉਹਨਾਂ ਦਾ ਪ੍ਰੈਸ਼ਰ ਇੰਨਾ ਜ਼ਬਰਦਸਤ ਸੀ, ਉਸ ਥਾਂ ਤੇ ਮੈਂ ਖੜ ਕੇ ਮਹਿਸੂਸ ਕਰ ਰਿਹਾ ਸੀ ਕਿ ਉਹਨਾਂ ਨੂੰ ਡਿਸੀਜਨ ਲੈਣਾ ਪਿਆ ਕਿ ਠੀਕ ਆ, ਅਸੀਂ ਵੀ ਸਵੇਰੇ ਦਿੱਲੀ ਵਾਲੇ ਪਾਸੇ ਕੂਚ ਕਰਾਂਗੇ, ਅਸੀਂ ਵੀ ਚੱਲਾਂਗੇ, ਦਿੱਲੀ ਵਾਲੇ ਪਾਸੇ ਜਾਵਾਂਗੇ। ਮੈਂ ਇਸ ਕਰਕੇ ਪ੍ਰੈਸ਼ਰ ਦਾ ਜ਼ਿਕਰ ਕਰ ਰਿਹਾ ਸੀ ਕਿ ਜਿਹੜੀ ਇੱਕ ਆਮ ਲੋਕਾਂ ਦੀ ਧਾਰਨਾ ਹੁੰਦੀ ਹੈ ਨਾ, ਤੁਸੀਂ ਜਿੰਨੇ ਮਰਜ਼ੀ ਵੱਡੀ ਜਥੇਬੰਦੀ ਆ, ਜਿੰਨੇ ਮਰਜ਼ੀ ਵੱਡੇ ਲੀਡਰ ਹੋਵੋ, ਉਸ ਨੂੰ ਦਰਕਿਨਾਰ ਕਰਨਾ ਕਿਸੇ ਦੇ ਲਈ ਮੁਮਕਿਨ ਨਹੀਂ ਹੁੰਦਾ। ਖੈਰ ਆਪਾਂ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਗੁਣੀ ਪ੍ਰਕਾਸ਼ ਜੀ ਜੁੜੇ ਹੋਏ ਨੇ, ਐਮਐਸਪੀ ਕਮੇਟੀ ਦੇ ਮੈਂਬਰ ਨੇ। ਗੁਣੀ ਪ੍ਰਕਾਸ਼ ਜੀ, ਇੱਕ ਵਾਰ ਫਿਰ ਸੇ ਸਵਾਗਤ ਹੈ। ਸੁਖਪਾਲ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਮੈਂ ਇੱਕ ਕਮੈਂਟ ਲੈ ਲਵਾਂ, ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਹੋਰ काउंटर क्वेश्चन लेने की कोशिश करूंगा। गुणी प्रकाश जी, इस पूरी एकता को आप किस तरह से देखते हैं? इस पूरी डिबेट का एक अलग फेज ये भी है कि राकेश टिकैत कह रहे हैं कि हरियाणा में होता ये प्रदर्शन तो अब तक तो मांगे मान ली जाती, दिल्ली की तरफ जाके हरियाणा दिल्ली के बॉर्डर के ऊपर अगर बैठे होते डल्लेवाल या फिर किसान, अब तक तो समाधान हो गया होता। आपको भी लगता है? साहब, सबसे पहले बात यह है, 7 तारीख को हमारी एमएसपी की मीटिंग हुई थी जी, और उस मीटिंग में हमने सबसे पहले एमएसपी कमेटी ने यह तय किया कि डल्लेवाल साहब जो भूख हड़ताल कर रहे हैं उसको हम सलाम करते हैं और उनके संघर्ष को सलाम करते हैं। और उसमें कहा था कि केंद्रीय मंत्री या सरकार डल्लेवाल साहब से बात करे। अब मेरा इस पे चर्चा में शामिल होना कि कौन ठीक है कौन गलत है, हमारे लिए तो डल्लेवाल साहब जो अपनी जान की बाजी लगा रहे हैं, हम और उनके संघर्ष को कल हमारे अनिल घनवट
महाराष्ट्र के शेतकारी संगठन के नेता अपने साथियों को लेके वो संघर्ष में शामिल भी हुए, दल्लेवाल साहब को भी मिले और अभिमन्यु साहब को भी मैं मिलके मैंने कहा कि आपके जो संघर्ष कर रहे हैं हम आपका समर्थन देते हैं। और दूसरी बात, आप अगर मैं छोटी सी बात कहूंगा वो भी एक खबर बन जाएगी, जो राकेश टिकैत साहब आप ना 89 2 अक्टूबर को पूरे देश का किसान वहां था, वहां थोड़ा नेटवर्क का इशू मैंने लग रहा है, कोई किस्सा पुराना दसन लगे सी गुणी प्रकाश जी, होपफुली वो दोबारा साडे नाल जुड़न ते उन्हां दे नाल गलबात जरूर हो सके। MSP कमेटी के मैंबर ने ते उन्हां दे वल्लों राकेश टिकैत नूं लैके स्टेटमेंट दी जा रही सी। चलिए गुणी प्रकाश जी, मैं आपके पास वापस आता हूं, थोड़ा सा नेटवर्क इशू है, होपफुली जल्दी ठीक हो जाएगा। सुखपाल जी का रुख करना है। सुखपाल जी, एकता संभव है? हुण तुहाडा जवाब होएगा कि हाँ संभव है, इनफैक्ट सब दा साडा हर किस दा जवाब यही हुंदा कि हाँ वाकई इस दे विच कोई दिक्कत नहीं है, हो सकती है, पर तुहानूं किहड़े कोर इशूज लग रहे ने जिन्हां करके इकट्ठे नहीं हो पा रहे किसान नेता? देखो जी, पहली तो गल एकता होनी चाहिए आ। इशू मेरा ख्याल है, मैं तो यही कहूंगा भी सारे किसान यूनियन सत्कारयोग ने, सारे नूं आपदी हौमे हटा के ਤੇ ਇਹ ਕਿਸਾਨੀ ਦੀ ਖਾਤਰ ਜੋ ਘੋਲ ਲੜ ਰਹੇ ਨੇ, ਇਹ ਘੋਲ ਤਾਂ ਹੀ ਜਿੱਤਿਆ ਜਾਣਾ ਜੇ ਇਹਨਾਂ ਦੀ ਏਕਤਾ ਹੋਊਗੀ। ਜੇ ਕੱਲੇ ਕੱਲੇ ਲੜਨਗੇ, ਦੇਖੋ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਨੇ ਵੀ ਸਾਰੀਆਂ ਜਿਹੜੀਆਂ ਯੂਨੀਅਨ ਨੇ ਜੋ ਵੀ ਸਰਕਾਰਾਂ ਤੋਂ ਆਪਦੀਆਂ ਮੰਗਾਂ ਮੰਗਦੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੰਡਿਆ ਜਾਵੇ। ਜੇ ਉਹ ਇਸ ਤਰ੍ਹਾਂ ਵੰਡੀਆਂ ਜਾਣਗੀਆਂ ਜਿਵੇਂ ਇਹ ਪਹਿਲਾਂ ਜੋ ਡੱਲੇਵਾਲ ਸਾਹਿਬ ਤੇ ਇਹਨਾਂ ਨੇ ਪੰਧੇਰ ਸਾਹਿਬ ਨੇ ਦੋ ਜਾਣਿਆਂ ਨੇ ਇਹ ਘੋਲ ਸ਼ੁਰੂ ਕੀਤਾ, ਜੇ ਉਸੇ ਟਾਈਮ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼ੁਰੂ ਕਰਦੀਆਂ ਤਾਂ ਸ਼ਾਇਦ ਅੱਜ ਸਥਿਤੀ ਇਸ ਦੀ ਕੁਝ ਹੋਰ ਹੁੰਦੀ। ਹੁਣ ਮੈਂ SKM ਨੂੰ ਇੱਕ ਅਪੀਲ ਕਰੂੰਗਾ ਤੁਹਾਡੇ ਮੀਡੀਆ ਰਾਹੀਂ ਵੀ ਇਹ ਵੀ ਪਹਿਲਾਂ ਤਾਂ ਵੀ SKM ਵਾਲਿਆਂ ਨੂੰ ਸਾਰਿਆਂ ਨੂੰ ਪਹਿਲਾਂ ਡੱਲੇਵਾਲ ਸਾਹਿਬ ਦੀ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਆ ਜਾਂ ਉਹ ਜਿਹੜੀ ਐਕਸ਼ਨ ਤੇ ਬੈਠੇ ਆ, ਸਾਰਿਆਂ ਨੂੰ ਪਹਿਲਾਂ ਸਟੈਪ ਇਹ ਹੋਣਾ ਚਾਹੀਦਾ ਵੀ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ। ਜੋ ਲੋਕ ਲੋਕਾਂ ਦੀ ਖਾਤਰ ਲੜਦੇ ਨੇ, ਜੇ ਉਹ ਜਿਉਂਦੇ ਰਹਿਣਗੇ ਤਾਂ ਹੀ ਲੜਨਗੇ, ਤੇ ਜੇ ਜਿਉਂਦੇ ਰਹਿਣਗੇ ਤਾਂ ਹੀ ਉਹ ਲੋਕਾਂ ਦੀਆਂ ਮੰਗਾਂ ਮਨਵਾਉਣਗੇ। ਇਸ ਕਰਕੇ ਵੀ ਇਹ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਸੁਖਪਾਲ ਜੀ ਕਿ ਰਿਕਵੈਸਟ ਕਰਕੇ ਡੱਲੇਵਾਲ ਸਾਹਿਬ ਆਪਣੀ ਭੁੱਖ ਹੜਤਾਲ ਖਤਮ ਕਰ ਦੇਣਗੇ? ਚਾਂਸਿਸ ਨਹੀਂ ਲੱਗ ਰਹੇ ਕੋਈ 40-45 ਦਿਨ ਬੈਠਣ ਤੋਂ ਬਾਅਦ ਕਹੇ ਕਿ ਚਲੋ ਠੀਕ ਹੈ ਤੁਸੀਂ ਸਾਰੇ ਕਹਿ ਰਹੇ ਹੋ ਤਾਂ ਮੈਂ ਖਤਮ ਕਰ ਦਿੰਦਾ, ਕਰ ਲੈਣ। ਮੈਂ ਵੀ ਇਹੀ ਦੁਆ ਕਰਦਾ ਕਿ ਉਹ ਖਤਮ ਕਰ ਦੇਣ, ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਹੈ, ਬਜ਼ੁਰਗ ਨੇ ਸਾਡੇ, ਪਰ ਮੁਸ਼ਕਿਲ ਲੱਗਦਾ ਹੈ ਉਹਨਾਂ ਦੀ ਹੁਣ ਤੱਕ ਦੇ ਜਿਹੜਾ ਅਡਿੱਗ ਨੇ ਆਪਣੀ ਗੱਲ ਦੇ ਉੱਤੇ ਨਾ, ਨਹੀਂ ਲੱਗ ਰਿਹਾ ਕਿ ਉਹ ਕੋਈ ਰਿਕੁਐਸਟ ਦੇ ਨਾਲ ਕਿਸੇ ਤਰੀਕੇ ਨਾਲ ਭੁੱਖ ਹੜਤਾਲ ਖਤਮ ਕਰ ਦੇਣਗੇ। ਸੁਖਪਾਲ ਜੀ, ਦੇਖੋ ਜਿਵੇਂ ਤੁਸੀਂ ਗੌਰਵ ਜੀ ਪਹਿਲਾਂ ਕਿਹਾ ਵੀ ਇੱਕ ਪਰਿਵਾਰ, ਜੇ ਇੱਕ ਪਰਿਵਾਰ ਦੇ ਜੇ ਉਹਦੇ ਚ ਪਰਿਵਾਰ ਚ ਸੋਥਾ ਹੋਵੇ, ਉਹ ਸਾਰੇ ਇਕੱਠੇ ਹੋਣ, ਉਹ ਪਰਿਵਾਰ ਦੀ ਜੇ ਪਰਿਵਾਰ ਉਸ ਚੀਜ਼ ਨੂੰ ਸਾਰਾ ਪਰਿਵਾਰ ਮਿਲ ਕੇ ਕਹੇ, ਸਾਰੀਆਂ ਜਥੇਬੰਦੀਆਂ ਜਾ ਕੇ ਮਿਲ ਕੇ ਕਹਿਣ, ਤੇ ਫਿਰ ਉਹਦੇ ਨਾਲ ਮੇਰਾ ਖਿਆਲ ਵੀ ਉਹਨਾਂ ਦੀ ਪਹਿਲਾਂ ਜਾਨ ਬਚਾਉਣੀ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜੀ ਲੜਾਈ ਆ, ਇਹ ਲੜਾਈ ਜਦੋਂ ਦੇਖੋ ਇਹ ਘੋਲ ਚੱਲਦੇ ਰਹਿਣੇ ਨੇ, ਇਹ ਘੋਲ ਚੱਲਦੇ ਰਹਿਣਗੇ, ਘੋਲਾਂ 'ਚ ਜਿੱਤਾਂ ਹੋਣਗੀਆਂ ਜੇ ਇਹ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਜੇ ਵੰਡੀਆਂ ਜਾਣਗੀਆਂ ਜਾਂ ਆਪੋ ਆਪਦੇ ਬਿਆਨ, ਜੋ ਇਹਨਾਂ ਨੇ ਹੁਣ ਕਿਹਾ ਵੀ ਅਸੀਂ ਕੋਈ ਵੀ ਕਿਸੇ ਦੇ ਖਿਲਾਫ ਬਿਆਨ ਨਹੀਂ ਦੇਵਾਂਗੇ, ਕਿਉਂਕਿ ਮੰਗਾਂ ਸਾਰੀਆਂ ਕਿਸਾਨੀ ਦੀਆਂ ਨੇ, ਕਿਸੇ ਦੀ ਪਰਸਨਲ ਡਿਮਾਂਡ ਤਾਂ ਕੋਈ ਨਹੀਂ ਹੈਗੀ। ਇਹਦੇ 'ਚ ਮੈਂ ਤਾਂ ਇਹ ਕਹੂੰਗਾ ਵੀ ਇਹਦੇ ਵਿੱਚ ਤਾਂ ਸਗੋਂ ਦੂਸਰੇ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ, ਕਿਉਂਕਿ ਕੰਜ਼ਿਊਮਰ ਤੇ ਪ੍ਰੋਡਿਊਸਰ ਜੇ ਦੋਨਾਂ, ਜੇ ਪ੍ਰੋਡਿਊਸਰ ਪ੍ਰੋਡਿਊਸ ਕਰਕੇ ਚੀਜ਼ ਵੇਚਦਾ, ਜੇ ਕੰਜ਼ਿਊਮਰ ਨੂੰ ਠੀਕ ਰੇਟ ਤੇ ਮਿਲਦੀ ਹੈ ਤਾਂ ਕੰਜ਼ਿਊਮਰ ਵੀ ਜਿਉਂਦਾ ਰਹਿੰਦਾ। ਇਸ ਕਰਕੇ ਜਿਹੜਾ ਪ੍ਰੋਡਿਊਸਰ ਦੀ ਆ ਜਿਹੜੀ MSP ਦੀ ਡਿਮਾਂਡ ਆ, ਉਹ ਸਰਕਾਰ ਨੂੰ ਵੀ ਦੇਖੋ ਇੱਕ ਬਿਲਕੁਲ ਗੌਰਵ ਜੀ ਆਪਾਂ ਸਾਰੇ ਚਾਹੁੰਦੇ ਆ ਵੀ ਸਰਕਾਰ ਨੂੰ MSP ਜਿਹੜੀਆਂ 23 ਫਸਲਾਂ ਤੇ MSP ਦੇ ਦੇਣੀ ਚਾਹੀਦੀ ਆ। ਉਹਦੇ ਨਾਲ ਕੀ ਜੋ 23 ਫਸਲਾਂ ਤੇ MSP ਦੇਣਗੇ, ਉਹਦੇ ਤੇ ਜਿਹੜਾ ਰੇਟ ਆ, ਜਿਹੜੇ ਉਹ ਕੰਜ਼ਿਊਮਰ ਨੂੰ ਰੇਟ ਆ ਜਿਹੜਾ ਉਹ ਲਗਭਗ ਨੇੜੇ ਤੇੜੇ ਮਿਲਦੇ ਰਹਿਣਗੇ, ਕੰਜ਼ਿਊਮਰ ਵੀ ਉਹਦਾ ਲਾਭ ਲੈ ਸਕਦਾ। ਨਹੀਂ ਤਾਂ ਜੇ ਵਿਚਾਲੇ ਜੋ ਵੀ ਜਿਹੜੇ ਵੀ ਕੋਈ ਵੀ ਆਪਾਂ ਕਾਰਪੋਰੇਟ ਘਰਾਣੇ ਜਾਂ ਕੋਈ ਵੀ ਏਦਾਂ ਦੇ ਬੰਦੇ ਖੜੇ ਕਰ ਦਿਆਂਗੇ, ਫਿਰ ਉਹ ਜਿਹੜਾ ਸਾਰਾ ਪ੍ਰੋਫਿਟ ਲੈਣਗੇ ਤੇ ਜਿੱਥੇ ਉਹ ਕਿਸਾਨ ਵੀ ਮਾਰਿਆ ਜਾਊਗਾ, ਕੰਜ਼ਿਊਮਰ ਵੀ ਮਾਰਿਆ ਜਾਊਗਾ। ਬਿਲਕੁਲ ਸਰ, ਆਟਾ ਮੈਂ ਅੱਜ ਹੀ ਖਬਰ ਚਲਾ ਰਹੇ ਹਾਂ 36-37 ਰੁਪਏ ਕਿਲੋ ਵਿਕ ਰਿਹਾ, ਦੇਖੋ। ਹਾਂਜੀ, ਕਹਿੰਦੇ 40 ਹੋ ਜਾਣਾ, 41 ਵੀ ਹੋ ਜਾਣਾ। ਉਹੀ ਕਣਕ ਕਿਸਾਨ ਨੇ ਕੀ ਰੇਟ ਵੇਚੀ ਹੈ ਜੀ? ਅੱਛਾ, ਮੈਂ ਤੁਹਾਨੂੰ ਦੱਸਦਾ, ਮੈਂ ਕੋਹਾੜ ਸਾਹਿਬ ਦਾ ਰੁਖ ਕਰਾਂਗਾ। ਮੈਂ ਆਹੀ ਆਟੇ ਦੀ ਗੱਲ ਦੇ ਉੱਤੇ, ਸੁਖਪਾਲ ਜੀ ਮੇਰਾ ਇੱਕ ਦੋਸਤ ਹੈ ਫਲੋਰ ਮਿਲ ਆਉਣਾ ਦੀ, ਮੈਂ ਉਹਨਾਂ ਨੂੰ ਫੋਨ ਕਰ ਲਿਆ, ਦੀਪਕ ਹੈ ਉਸਦਾ ਨਾਮ। ਮੈਂ ਉਸਨੂੰ ਪੁੱਛਿਆ ਕਿ ਕਣਕ ਕੀ ਰੇਟ ਸੀ ਤੇ ਕੀ ਹੈ, ਕਹਿੰਦਾ ਜਿਹੜੇ ਜੱਟਾਂ ਨੇ ਕਣਕ ਰੱਖੀ ਹੋਈ ਹੈ ਜਾਂ ਕਿਸਾਨਾਂ ਨੇ ਕਣਕ ਰੱਖੀ ਹੋਈ ਹੈ ਉਹ ਅੱਜ ਵੇਚ ਰਹੇ ਨੇ 2900, 2950, 3000, 3100 ਇਸ ਤਰੀਕੇ ਨਾਲ। ਅੱਛਾ, ਜਿਨ੍ਹਾਂ ਨੇ ਵੇਚਤੀ ਉਸ ਟਾਈਮ ਵੇਚਤੀ, ਯਾਨੀ ਕਿ
ਜਿਹੜੇ ਹੈਗੇ ਥੋੜੇ ਧਨਾੜ ਉਹ ਰੱਖ ਲੈਂਦੇ ਨੇ ਕਣਕ। ਹੁਣ ਜਿਨ੍ਹਾਂ ਦੇ ਆੜਤੀਏ ਤੋਂ ਪੈਸੇ ਫੜੇ ਹੋਏ ਆ ਉਹਨਾਂ ਨੂੰ ਤਾਂ ਨਾਲ ਦੀ ਨਾਲ ਆਪਣੀ ਦੇਣੀ ਪੈਂਦੀ ਹੈ, ਤਾਂ ਆਪਾਂ ਸਮਝ ਸਕਦੇ ਹਾਂ ਕਿ ਕਿੰਨੇ ਹੋਣੇ ਆ ਜਿਨ੍ਹਾਂ ਦੇ ਕੋਲ ਕਣਕ ਰੱਖੀ ਹੋਣੀ ਹੈ। ਖੈਰ ਆਪਾਂ ਚਰਚਾ ਦੇ ਉੱਪਰ मैं थोड़ा फोकस करूंगा। गुणी प्रकाश जी दोबारा जुड़ चुके हैं। गुणी प्रकाश जी अपनी बात कंप्लीट कर लीजिए, हम चर्चा को आगे बढ़ाएं। साहब मैं कह रहा, मैं हालांकि संयुक्त किसान मोर्चा और दोनों फोरम से मेरा कोई सीधा संबंध नहीं है, लेकिन मैं एक बात कह रहा, राकेश टिकैत का इतिहास देखो। जितने भी किसान आंदोलन हुए उसने क्या ईमानदारी से काम किया। और अभिमन्यु जो उन्होंने काका कोटका ने जो बात कही थी वो बिल्कुल सही की थी। उनका पंजाब में क्या बयान है, दिल्ली में जाके क्या बयान है, उनका महाराष्ट्र में क्या बयान है। इसलिए इस किसान को दुकानदारी बनाने में सबसे बड़ा मास्टर राकेश टिकैत है। मतलब आप कह रहे हैं एसकेएम वाले राकेश टिकैत को बाहर कर दें एसकेएम से? वो तो 6 सदस्य जो मेन सदस्य हैं उनके उनमें एक राकेश टिकैत है। रहना चाहिए जी। मैं बाहर कहीं की बात नहीं कर रहा, मैं कह रहा कि सावधान रहना चाहिए राकेश टिकैत से। और नहीं तो सबसे बड़ा आप बताओ, खीरी आंदोलन में क्या हुआ, पहलवानों के आंदोलन में क्या हुआ, और जितने भी आंदोलन में अगर राकेश टिकैत की भूमिका आप देखोगे, वो मैं संघर्ष वालों को कहूं कि इससे बच के रहना, नहीं तो आपको पिछताने के अलावा। अब ये दिल्ली क्यों ले जा रहे आंदोलन को, या दूसरी जगह क्यों ले जा रहा? नहीं, वो कह रहे हैं यहां सुन नहीं रहा ना कोई, वो कह रहे हैं दिल्ली चले जाइए सुनेंगे। आपको लगता है कोई असर नहीं होगा? कह रहा जब पहले आंदोलन था 3 कृषि कानून पे, इनकी पहली स्टेटमेंट थी कि मेरे पिताजी की आत्मा को शांति मिली। ठीक है। और जब इसने भीड़ देखी आके उसने क्या किया, उसका सारा इतिहास है। चलिए ठीक है गुणी प्रकाश जी, थोड़ा सा इंतजार कीजिए। देखिए चर्चा पूरी, हम बड़ी सार्थक चर्चा करने की कोशिश है। कोई राकेश टिकैत के ऊपर कोई फोकस्ड चर्चा मैं आज नहीं कर रहा हूं। एक ओवरऑल पिक्चर की हम बात कर रहे हैं कि किस तरह से एकजुट किसान हो सकते हैं, और दूसरा किस तरह से इस मसले का हल निकल सकता है। मैं हॉट साहब का रुख करा, पर उस तो पहले एक मेरे को बड़ी खबर है, मैं उसका रुख कर लेना है। प्रियंका गांधी की स्टेटमेंट आई है जगजीत सिंह डल्लेवाल के उत्ते। जी हाँ, प्रियंका गांधी ने जगजीत सिंह डल्लेवाल की सेहत के उत्ते चिंता जताई है। उन्होंने कहा कि डल्लेवाल जी 45 दिनों तो मरण वर्त के उत्ते ने ते उन्होंने सेहत लगातार बिगड़ रही है। प्रियंका गांधी कांग्रेस का बहुत बड़ा नाम है, गांधी परिवार तो आते हैं। उन्होंने कहा कि बीजेपी सरकार को उन्होंने सार लेनी चाहिए है। बीजेपी सरकार डल्लेवाल की सार लैण को तैयार नहीं है। इस जिद ने 750 किसानों की जान ली सी। उन्होंने प्रधानमंत्री को अपील की है ते कहा कि हंकार छड्डण ते गल करन, तत्काल गल करके डल्लेवाल का मरण वर्त तुड़वाया जाए। तो देश दी सियासी फिजावां दे विच भी डल्लेवाल साहब का इस समय नाम गूंजता हुआ नजर आ रहा है। अभिमन्यु कोहाड़ जी, एक तो प्रियंका गांधी की स्टेटमेंट है, और साथ ही क्या वाकई ही पंजाब के अंदर आंदोलन है? इस वजह से आपको भी फील हुआ कभी कि अगर यही दिल्ली के बॉर्डर्स के ऊपर होता तो स्थिति कुछ अलग होती? गौरव भाई, एक बात समझने की जरूरत है कि आंदोलन तो दिल्ली कूच का ही था, दिल्ली तक क्यों नहीं पहुंच पाई ये समझना पड़ेगा। हम सिर्फ ये कह दे कोई नेता आके कि फलानी जगह होता तो ऐसा हो जाता, कोई आसान रास्ता नहीं खड़ा है आगे कोई जाने का। यहाँ पे एसएलआर से फायर किए गए हैं किसानों के ऊपर, हजारों राउंड की गोलियां दागी गई हैं। यहाँ पे इंजेक्टर मोर्टारों का इस्तेमाल किया गया है, जिनका इस्तेमाल आतंकवादियों के खिलाफ किया जाता है। और सबसे महत्वपूर्ण बात, अगर मैं सिर्फ अपने संगठन की बात करूं, हरियाणा में हमारे कम से कम 500 साथियों को 13 फरवरी से पहले डिटेन किया गया, गिरफ्तार किया गया, उनके ऊपर पर्चे दर्ज किए गए। मेरे ऊपर कम से कम 5-6 307 के पर्चे इन्होंने झूठे दर्ज कर रखे हैं। जगजीत सिंह डल्लेवाल जी जहरीली गैसों का शिकार हुए उस समय 13 फरवरी के आसपास, वो भी हॉस्पिटल में एडमिट रहे हैं। बहुत सारे किसान नेताओं को भी चोट लगी। अगर मैं आज की अभी की बात करूं, उत्तर प्रदेश के अंदर बुलंदशहर में कल का कार्यक्रम क्या है, मोदी सरकार के पुतले जलाने हैं। बुलंदशहर में हमारे संयुक्त किसान मोर्चा गैर राजनीतिक के साथी विशाल यादव जी के घर पुलिस की बहुत सारी टीमें पहुंच गई हैं। मतलब सिर्फ पुतला जलाने के मुद्दे पे ही टीमें पहुंच गई हैं। तो ऐसा नहीं है कि किसान जानबूझ के यहां बैठे हैं। किसानों के ऊपर जितनी ब्रूटल फोर्स का इस्तेमाल किया गया उतनी आजाद भारत में कभी नहीं हुई थी। जो एक्सपायर्ड आंसू गैस के गोले थे, जो जहरीली गैसें थी, मैं आपको वो अवशेष भी दिखा दूंगा उन जहरीली गैसों के। वो जहरीली गैस इतनी खतरनाक थी कि आंखों के ऊपर भी वो बहुत ज्यादा नुकसान करती हैं। अगर कोई गर्भवती महिला उनकी चपेट में आ जाए तो उसका बच्चा गिर सकता है। इस तरीके की गैसों का इस्तेमाल किसानों के ऊपर किया गया। प्लास्टिक की गोलियां, लाइव बुलेट वो फायर करी गई। शुभकरण सिंह जी शहीद हुए वहां पे।
तो किसान, ऐसा नहीं है कि कोई आसान रास्ता खड़ा है। यहाँ पे इतनी बड़ी बड़ी दीवारें बनाई गई हैं, अगर यही दीवारें भारत और चीन के बॉर्डर पे होती तो चीन हमारे एरिया पे कब्जा नहीं कर पाता। तो ऐसा कोई वो नहीं है ये। और रही बात आंदोलन की, मैं आपको बात बताऊं, 16 दिसंबर को जगजीत सिंह डल्लेवाल जी के समर्थन में तमिलनाडु के अंदर 50 जगह रेल रोकी गई। इसी आंदोलन के समर्थन में 10 मार्च को वो काम हुआ जो पहले वाले आंदोलन में भी नहीं हुआ था। उत्तर प्रदेश में संभल में रेल रोकी गई। आज तक हमारे साथी उसके मुकदमे भुगत रहे हैं। इस आंदोलन के दौरान ये हुआ। आज भी कर्नाटक में, महसूस कर रहा हूं कि आपको अभी भी लग रहा है कि राकेश टिकैत की स्टेटमेंट्स ऐसी हैं जो थोड़ी सी प्रैक्टिकल पॉसिबल नहीं है कि वो कैसे दिल्ली चले जाएं या हरियाणा में कैसे घुस जाएं। देखो, मैं एक बात कहता हूं आपको, स्पष्ट सी बात कहता हूं। ये आंदोलन शुरू होने से पहले हरियाणा में कार्यक्रम हुए। इस आंदोलन के दौरान 22 मार्च को हिसार में कार्यक्रम हुआ, उसके बाद 31 मार्च को अंबाला में कार्यक्रम हुआ, 19 मई को कैथल में बड़ी महारैली हुई, हजारों किसानों की, मैं बड़ी रैलियों की बात कर रहा हूं। उसके बाद 15 सितंबर को उचाना में लाखों किसानों की पंचायत हुई, 22 सितंबर को कुरुक्षेत्र के पीपली में पंचायत हुई, सोनीपत, पानीपत, सब जगह पंचायत, धरने प्रदर्शन हो रहे हैं। आप कल का भी कार्यक्रम देख लीजिएगा, पूरे देश भर में कार्यक्रम होंगे। मैं सिर्फ एक निवेदन ये करना चाह रहा हूं। देखिए, बराड़ साहब बैठे थे, मेरे बड़े भाई हैं, पिछले वाले आंदोलन में भी साथ रहे हैं, बड़े अच्छे स्वभाव के व्यक्ति हैं। मैं इनसे एक निवेदन करूंगा। देखो, जब हम साफ गोई से और स्पष्टता से बात करते हैं ना, तो बात बिल्कुल स्पष्ट करनी चाहिए। हमें कोई सफाई पेश करने की कोशिश नहीं करनी चाहिए। जो चीज गलत है उसको हम गलत बोलेंगे। अगर हमारी कोई गलती है, गौरव जी आप मुझे बताइए, अगर हमारा कोई बयान कोई ऐसा आया हुआ है जो किसी के सत्कार, मान सम्मान के खिलाफ हो, या हमारा कोई कार्य किसी के खिलाफ हो, किसी की इज्जत के खिलाफ हो, आप हमें बताइए। अगर कोई गलती हुई होगी तो उसमें हम हाथ जोड़ के पूरे देश से माफी मांगेंगे। माफी मांगने से कोई व्यक्ति, गलती स्वीकार करने से कोई व्यक्ति छोटा नहीं होता, उसका कद बढ़ता है। अगर लेकिन ये कहेंगे कि भाषा की प्रॉब्लम हो गई होगी, उनके जो बयान थे वो बहुत हल्के बयान थे, अनुशासनहीनता वाले बयान थे। और मैं एक बात और कह दूं, आपको ऑन रिकॉर्ड ये बात है, 2 दिन पहले कि एसकेएम ने उनको स्टेटमेंट्स देने से रोका नहीं, कि उनको कोई ताकीद नहीं की गई कि आप थोड़ा सा सोच के बोलिए क्या बोल रहे हैं या मत बोलिए। गौरव जी देखिए, 2 दिन पहले एक व्यक्ति, बहुत बड़ा नाम है जिनका किसान आंदोलन में, रामफल कंडेला जी, वो 32 सालों से महेंद्र सिंह टिकैत जी के साथ जुड़े हुए हैं। वो परसों जगजीत सिंह डल्लेवाल जी से मिलने आए और उन्होंने बाकायदा मीडिया को स्टेटमेंट दिया कि कुछ लोग जगजीत सिंह डल्लेवाल जी के बारे में जो गलत बयानबाजी कर रहे हैं वो अपनी बात पे लगाम दें, अपनी जुबान पे लगाम दें, नहीं तो जो उनके परिवार की भी एक जो बहुत अच्छी छवि है उसको भी धूमिल करने का कार्य कर रहे हैं वो जाने अनजाने में। तो मेरा निवेदन इतना है, मैं बिल्कुल बड़ी जिम्मेदारी से कहता हूं, अपने अंतिम बात मैं कह रहा हूं गौरव भाई, हमारी लड़ाई किसी भी किसान नेता या किसी किसान संगठन के खिलाफ नहीं है। हमारी लड़ाई गवर्नमेंट की गलत पॉलिसीज के खिलाफ है। हमारी लड़ाई WTO, IMF, वर्ल्ड बैंक जैसे जो संस्थान जो हमारे देश के ऊपर जबरदस्ती चीजें थोपने का कार्य कर रहे हैं, हमारी लड़ाई उसके खिलाफ है। हमारी लड़ाई इस बात के खिलाफ है कि WTO अमेरिका जैसे देशों को वो ग्रीन बॉक्स सब्सिडी के नाम पे लाखों करोड़ रुपए की सब्सिडी देने की छूट दे देता है, लेकिन भारत पे ये कंडीशन लगा देता है कि आप जो टोटल गेहूं की, तो टोटल फसलों की जो प्रोडक्शन है उसका मात्र 10% ही पीस क्लॉज के तहत MSP पे प्रोक्योर कर सकते हो। बाकी ज्यादा करोगे तो WTO के मैकेनिज्म में केस होगा। मैं जवाब ले सकूं, मैं बराड़ साहब से, बराड़ साहब देखो, 2 चीਜ਼ਾਂ ਹੁੰਦੀਆਂ ਨੇ। ਇੱਕ ਤਾਂ ਹੁੰਦਾ ਕਹਿੰਦੇ ਦੇਰ ਆਏ ਦਰੁਸਤ ਆਏ, ਇੱਕ ਹੁੰਦਾ ਕਹਿੰਦੇ ਬਹੁਤ ਦੇਰ ਕਰ ਦਿੱਤੀ ਤੁਸੀਂ ਆਉਂਦੇ ਹੁੰਦੇ। ਤਾਂ ਹੁਣ ਤੁਹਾਡੇ ਵਾਲੇ ਪਾਸੇ ਲੱਗ ਰਿਹਾ ਕਿ ਡੈਮੇਜ ਬਹੁਤ ਹੋ ਗਿਆ ਤੇ ਹੁਣ ਤੁਸੀਂ ਸੀਜ਼ਫਾਇਰ ਦੀਆਂ ਗੱਲਾਂ ਕਰ ਰਹੇ ਹੋ, ਕਿ ਪਹਿਲਾਂ ਖੁੱਲ੍ਹੇਆਮ ਸ਼ਰੇਆਮ ਸਟੇਟਮੈਂਟ ਦੇ ਰਹੇ ਸੀ, ਕਦੇ ਉਗਰਾਹਾਂ ਸਾਹਿਬ, ਕਦੇ ਟਿਕੈਤ ਜੀ, ਕਦੇ ਰੁਲਦੂ ਸਿੰਘ ਮਾਨਸਾ, ਤੇ ਹੁਣ ਤੁਸੀਂ ਆ ਕੇ ਕਹਿ ਰਹੇ ਹੋ ਕਿ ਨਹੀਂ ਸੀਜ਼ਫਾਇਰ ਹੈ। ਗੌਰਵ ਜੀ, ਇੱਕ ਗੱਲ ਅੰਡਰਸਟੈਂਡ ਕਰੀਏ, ਕੁਝ ਚਲੋ ਸਾਡੇ ਬਹੁਤ ਸਤਿਕਾਰਯੋਗ ਆਗੂ ਹੈ, ਦੋਵੇਂ ਫੋਰਮਾਂ 'ਚ ਨਾ ਅਸੀਂ ਇਕੱਠੇ ਰਹੇ ਹਾਂ, ਕਿਤੇ ਨਾ ਕਿਤੇ ਚਲੋ ਮਨ ਮਟਾਓ ਪੁਰਾਣਾ ਕਿਤੇ ਗੱਲ ਆ ਜਾਂਦੀ ਹੈ, ਕੋਈ ਕਿਸੇ ਤੋਂ ਗਲਤ ਬੋਲਿਆ ਜਾਂਦਾ। ਦੇਖੋ ਉਧਰੋਂ ਵੀ ਬੋਲਿਆ ਗਿਆ, ਇਧਰੋਂ ਵੀ ਬੋਲਿਆ ਗਿਆ। ਕੁਝ ਗੱਲਾਂ ਹੁੰਦੀਆਂ, ਮੈਂ ਪਹਿਲਾਂ ਵੀ ਦੱਸਿਆ ਵੀ ਜਥੇਬੰਦੀ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੁੰਦਾ, ਪਰ ਜਿਹੜਾ ਦੇਖੋ ਜੇ ਆਪਾਂ ਮੂਵ ਔਨ ਕਰਨਾ ਹੈ, ਮੂਵ ਔਨ ਕਿਵੇਂ ਹੋਊਗਾ? ਜਾਂ ਤਾਂ ਇੱਕ ਪਿਛਲੀ ਚੀਜ਼ ਨੂੰ ਆਪਾਂ ਵਾਰੀ-ਵਾਰੀ ਉਖੇੜੀ ਜਾਈਏ, ਜੇ ਕੋਈ ਆਪਣੇ ਸੱਟ ਵੀ ਵੱਜੇ ਨਾ, ਜੇ ਵਾਰ-ਵਾਰ ਉਹਦੇ ਤੇ ਨਹੁੰ ਮਾਰਾਂਗੇ ਤਾਂ ਫਿਰ ਉਹ ਜ਼ਖਮ ਭਰਦਾ ਨਹੀਂ ਹੁੰਦਾ, ਫਿਰ ਤਾਂ ਦੁਬਾਰਾ ਉਨਾ ਹੀ ਦਰੇੜ ਕੇ ਆ ਜਾਊਗਾ ਤੇ ਫਿਰ ਉਹਦੇ ਚੋਂ ਖੂਨ ਬਹਿਣ ਲੱਗ ਜਾਊਗਾ। ਤੇ ਜੇ ਉਹਦੇ ਤੇ ਹੁਣ ਮੱਲਮ SKM ਨੇ ਲਾਈ ਹੈ ਤਾਂ ਉਹ ਦੋਵੇਂ, ਮੈਂ ਤਾਂ ਕਹਿੰਦਾ ਦੋਵੇਂ ਫੋਰਮਾਂ ਹੱਥ ਵਧਾ ਕੇ ਇੱਕ ਲੜਾਈ, ਜਿਹੜੀ ਅਭਿਮਨਿਊ ਜੀ ਨੇ ਬੜੀ ਵਧੀਆ ਗੱਲ ਕੀਤੀ ਵੀ ਸਾਡੀ ਲੜਾਈ
ਦੇਖੋ ਦੋਵੇਂ ਫੋਰਮਾਂ ਕੀ ਕਰ ਰਹੀਆਂ, ਸਾਡੀ ਲੜਾਈ ਮਜ਼ਦੂਰ ਲਈ, ਛੋਟੇ ਵਪਾਰੀ ਲਈ ਤੇ ਕਿਸਾਨ ਲਈ ਲੜਾਈ ਹੈ। ਠੀਕ ਹੈ, ਅਸੀਂ ਦੋਨੋਂ ਫੋਰਮਾਂ ਇਹੀ ਲੜਾਈ ਲੜ ਰਹੀਆਂ। ਅਸੀਂ ਹੁਣ ਸਾਡੀ ਲੜਾਈ ਕਿਹਦੇ ਨਾਲ ਹੈ? ਪਾਲਿਸੀਜ਼ ਨਾਲ ਹੈ, ਸਰਕਾਰ ਦੀਆਂ ਨਾਲ। ਉਹ ਪਾਲਿਸੀ ਦੇ ਖਿਲਾਫ ਆਪਾਂ ਲੜਾਈ ਲੜੀਏ, ਨਾ ਕਿ ਹੁਣ ਆਪਾਂ ਇਹ ਛੱਡ ਦਈਏ। ਕਿਉਂਕਿ ਦੇਖੋ ਬੜਾ ਇੱਕ ਸੋਸ਼ਲ ਮੀਡੀਆ ਤੇ ਵੀ ਇਹ ਕੱਲਾ ਸਾਡੀਆਂ ਆਪਸ ਚ ਦੋ ਫੋਰਮਾਂ ਦੀ ਗੱਲ ਨਹੀਂ, ਇਹ ਸੋਸ਼ਲ ਮੀਡੀਆ ਤੇ ਕੋਈ ਕਿਸੇ ਤੋਂ ਬਿਆਨ ਦਿੱਤਾ ਜਾਂਦਾ ਨਾ, ਥੱਲੇ ਬੜਾ ਕੁਝ ਸਰਕਾਰ ਦਾ ਬੈਠਾ ਹੁੰਦਾ ਜਿਹੜਾ ਥੱਲੇ ਕਮੈਂਟ ਕਰ ਨੈਗੇਟਿਵਿਟੀ ਨੂੰ ਵਧਾ ਦਿੰਦਾ। ਛੋਟੀਆਂ ਰੀਲਾਂ ਕੱਟ ਠੀਕ ਹੈ, ਪਰ ਗੱਲ ਇਹ ਹੈ ਕਿ ਸਟੇਟਮੈਂਟ ਤਾਂ ਦਿੱਤੀ ਨਾ, ਉਸ ਤੋਂ ਅੱਗੇ ਕਿਵੇਂ ਗੱਲ ਵਧੇ। ਜੀ ਕਿਵੇਂ ਗੱਲ ਪਹੁੰਚ ਗਈ ਸੁਖਪਾਲ ਜੀ ਕਿ ਇਹ ਡੈਮੇਜ ਕੰਟਰੋਲ ਪੋਸੀਬਲ ਹੈ? ਗੱਲ ਇਹ ਹੈ ਕਿ ਬਹੁਤ ਸਾਰੀਆਂ ਸਟੇਟਮੈਂਟਸ ਦਿੱਤੀਆਂ ਗਈਆਂ, ਪਰ ਬਹੁਤ ਸਾਰੇ ਗੱਲਾਂ ਨੂੰ ਭੁੱਲਣਾ ਹੋਏਗਾ ਜੇਕਰ ਇਕਜੁੱਟ ਹੋਣਾ। ਇੱਥੇ ਮੈਨੂੰ ਇਹੀ ਗੱਲ ਸਮਝ ਆ ਰਹੀ ਹੈ, ਕੋਹਾੜ ਸਾਹਿਬ ਬੋਲ ਰਹੇ ਨੇ ਔਰ ਦੂਜੇ ਪਾਸੇ ਬਰਾੜ ਜੀ ਬੋਲ ਰਹੇ ਨੇ, ਤਾਂ ਦੋਵੇਂ ਪਾਸੇ ਇਹੀ ਗੱਲ ਸਮਝ ਆ ਰਹੀ ਹੈ ਕਿ ਠੀਕ ਹੈ, ਜਾਂ ਤਾਂ ਭੁੱਲੋ, ਨਹੀਂ ਤਾਂ ਫਿਰ ਜਦੋਂ ਬੈਠੋ ਤਾਂ ਖੁੱਲ ਕੇ ਇੱਕ ਵਾਰੀ ਗੱਲ ਕਰ ਲਿਓ। 15 ਤਰੀਕ ਨੂੰ ਜਦੋਂ ਪਟਿਆਲਾ ਦੇ ਵਿੱਚ ਬੈਠੋਗੇ ਤਾਂ ਲੱਗਦਾ ਕਿ ਡੈਮੇਜ ਕੰਟਰੋਲ ਕੀਤਾ ਜਾ ਸਕਦਾ ਅਜੇ ਵੀ। ਹਾਂਜੀ ਗੌਰਵ ਜੀ, ਹੋ ਸਕਦਾ ਜੇ ਅਸੀਂ ਕਿਸਾਨੀ ਮੰਗਾਂ ਨੂੰ, ਲੋਕਾਂ ਦੀਆਂ ਮੰਗਾਂ ਨੂੰ, ਜਿਵੇਂ ਇਹਨਾਂ ਨੇ ਕਿਹਾ ਵੀ ਛੋਟੀ ਵਪਾਰੀ ਹੋ ਗਿਆ, ਵਪਾਰੀ ਛੋਟਾ ਨੇ, ਆਮ ਵਪਾਰੀ ਵੀ ਸਾਰੇ ਵਪਾਰੀ ਨੇ, ਸਾਰੇ ਹੀ ਕੰਜ਼ਿਊਮਰ ਨੇ, ਸਾਰੇ ਹੀ ਕਿਸਾਨ ਨੇ, ਜੇ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਜੇ ਆਪਾਂ ਆਪਣਾ ਰੋਲ ਅਦਾ ਕਰੀਏ, ਸਾਰੀਆਂ ਯੂਨੀਅਨ, ਕਿਉਂਕਿ ਸਾਰੀਆਂ ਯੂਨੀਅਨ ਸਤਿਕਾਰਯੋਗ ਨੇ, ਸਾਰੀਆਂ ਯੂਨੀਅਨ ਆਪਦੇ ਜਿਹੜੇ ਬਖਰੇਵੇਂ ਨੇ, ਜੋ ਉਹਨਾਂ ਦੇ ਹਉਮੈ ਚ ਇੱਕ ਦੂਜੇ ਨੂੰ ਆਪਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਜੇ ਉਹਨਾਂ ਨੂੰ ਖਤਮ ਕਰਕੇ ਜੇ ਅਸੀਂ ਦੁਬਾਰਾ ਇਸ ਚੀਜ਼ ਨੂੰ ਵੀ ਅਸੀਂ ਤਾਂ ਕਿਸਾਨੀ ਦੀ ਖਾਤਰ ਲੜਨਾ, ਜੋ ਸਾਨੂੰ ਜੀਵਨ ਮਿਲਿਆ ਲੜਾਈ ਦਾ ਉਹ ਇਸ ਕਰਕੇ ਮਿਲਿਆ ਵੀ ਅਸੀਂ ਕਿਸੇ ਦਾ ਭਲਾ ਕਰਨਾ, ਜੇ ਉਹ ਭਲੇ ਦਾ ਲੈ ਕੇ ਆਪਦਾ ਇਸ ਚੀਜ਼ ਨੂੰ ਲੈ ਕੇ ਚੱਲਣਗੇ ਤਾਂ ਮੇਰਾ ਖਿਆਲ ਹੈ ਵੀ ਸਾਰੀਆਂ ਯੂਨੀਅਨ ਨੂੰ ਇਹ ਸਾਰੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ। ਪਿਛਲੀ ਗੱਲ ਅੱਜ ਵੀ ਨਹੀਂ ਕਰਨੀ ਚਾਹੀਦੀ, ਆਉਣ ਵਾਲੇ ਸਮੇਂ 'ਚ ਵੀ ਨਹੀਂ ਕਰਨੀ ਚਾਹੀਦੀ, ਤੇ ਜਿਹੜੀ ਸਾਰਥਕ ਗੱਲ ਹੈ, ਜੋ ਜ਼ਿਆਦਾ ਜਿਹਦੇ 'ਚ ਬਹੁਮਤ ਹੁੰਦੀ ਆ, ਉਹ ਗੱਲ ਨੂੰ ਸਾਰੀਆਂ ਯੂਨੀਅਨ ਨੂੰ ਲੈ ਕੇ ਚੱਲਣਾ ਚਾਹੀਦਾ। ਫੇਰ ਹੀ ਆਪਾਂ ਇਹ ਮਸਲਾ ਇਸ ਨੂੰ ਹੱਲ ਕਰ ਸਕਦੇ ਆ। ਦੂਜੀ ਮੈਂ ਜਿਵੇਂ ਸਰਕਾਰ ਨੂੰ ਵੀ ਚਾਹੀਦਾ, ਦੇਖੋ ਸਰਕਾਰ ਆਪਣੇ ਮੋਦੀ ਸਾਹਿਬ ਸਾਡੇ ਪ੍ਰਾਈਮ ਮਿਨਿਸਟਰ ਨੇ, ਸਤਿਕਾਰਯੋਗ ਨੇ, ਉਹਨਾਂ ਨੂੰ ਵੀ ਚਾਹੀਦਾ ਵੀ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ, ਇਹ ਕੋਈ ਮੰਗਾਂ ਨਜਾਇਜ਼ ਨਹੀਂ ਹੈਗੀਆਂ, ਮੰਗਾਂ ਮੰਨੀਆਂ ਜਾਣੀਆਂ ਚਾਹੀਦੇ ਨੇ। MSP ਆ, ਜੇ ਉਹ ਕਹਿੰਦੇ ਵੀ ਸਰਕਾਰੀ ਤੰਤਰ ਕੰਮ ਨਹੀਂ ਕਰਦਾ, ਕੌਣ ਜ਼ਿੰਮੇਵਾਰ ਉਹਦਾ? ਸਰਕਾਰੀ ਤੰਤਰ ਦਾ ਜ਼ਿੰਮੇਵਾਰ ਕੌਣ ਆ? ਉਹ ਸਰਕਾਰ ਜ਼ਿੰਮੇਵਾਰ ਆ। ਕੋਈ ਬੰਦਾ ਜੇ ਪ੍ਰਾਈਵੇਟ ਬੰਦਾ, ਇੱਕ ਬੰਦਾ ਕੰਮ ਸਾਰੇ ਆਪਦੇ EMPLOYE ਤੋਂ ਕੰਮ ਲੈ ਸਕਦਾ, ਤਾਂ ਸਰਕਾਰੀ ਬੰਦਾ ਜੇ ਸਰਕਾਰ ਆ ਉਹ ਕਿਉਂ ਨਹੀਂ ਲੈ ਸਕਦੀ? ਕਿ ਕਿਸੇ ਦੀ ਕੀ ਜ਼ਰੂਰਤ ਆ ਵੀ ਕੋਈ ਬੰਦਾ ਨਾ ਕੰਮ ਕਰੇ ਜਿਹਨੂੰ ਆਪਾਂ ਪੇ ਦੇਣੀ ਆ? ਤੇ ਇਸ ਕਰਕੇ ਉਸ ਨਾਲ ਜਿਹੜੀ EMPLOYMENT ਵੀ ਜਿਹੜੀ ਮਿਲ ਰਹੀ ਆ, ਜਿਵੇਂ ਹੁਣ ਆਪਣੇ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਆਂ ਨੇ, ਕਿੰਨੇ EMPLOYE ਉੱਥੇ ਨੇ, ਕਿੰਨੇ ਲੇਬਰ ਵਾਲੇ ਕੰਮ ਕਰਦੇ ਨੇ, ਉਹ ਸਾਰਿਆਂ ਨੂੰ ਉਹਨਾਂ ਦਾ ਮੁੱਖ ਲੱਗਦਾ ਕਿ ਉਹ ਮੈਸੇਜ ਪਹੁੰਚਾਉਣ ਦੇ ਵਿੱਚ ਇਸ ਵਾਰ ਅੰਦੋਲਨ ਵਾਲੇ ਕਾਮਯਾਬ ਰਹੇ ਕਿ ਅਸੀਂ ਤੁਹਾਡੀ ਲੜਾਈ ਲੜ ਰਹੇ ਹਾਂ, ਜਿਹੜੇ ਮਜ਼ਦੂਰ ਨੇ ਉਹਨਾਂ ਨੂੰ, ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਇਹ ਮੈਸੇਜ ਦੇਣ ਦੇ ਵਿੱਚ ਕਾਮਯਾਬ ਰਹੇ? ਲੱਗ ਨਹੀਂ ਰਿਹਾ ਸੁਖਪਾਲ ਜੀ। ਦੇਖੋ ਜੀ ਗੌਰਵ ਜੀ, ਉਹ ਇਸ ਕਰਕੇ ਸੀ ਵੀ ਜਿਹੜੀਆਂ ਦੋ, ਜਿਵੇਂ ਆਪਾਂ ਡੱਲੇਵਾਲ ਜੀ ਤੇ ਇਹ ਦੋਨਾਂ ਜਣਿਆਂ ਨੇ ਇਹ ਅਲੱਗਾ ਸ਼ੁਰੂ ਕਰ ਲਿਆ, ਤੇ ਬਾਕੀ ਜਥੇਬੰਦੀਆਂ ਨੂੰ ਇਹ ਹੋ ਗਿਆ ਵੀ ਸਾਨੂੰ ਨਹੀਂ ਕਿਹਾ ਜਾਂ ਅਸੀਂ ਇਕੱਠੇ ਨਹੀਂ ਹੋਏ ਹੈਗੇ। ਇਸ ਕਰਕੇ ਇਹ ਜਿਹੜਾ ਮੈਸੇਜ ਤਾਂ ਉਹ ਡੱਲੇਵਾਲ ਦੀ ਹੁਣ ਜਦੋਂ ਸਿਹਤ ਖਰਾਬ ਹੋਣ ਲੱਗੀ ਆ, ਉਦੋਂ ਲੋਕਾਂ ਨੂੰ ਜਿਹੜਾ ਲੋਕਾਂ ਦੇ ਵਿਚਾਰ ਬਣਿਆ ਵੀ ਇਹਨਾਂ ਦੀ ਇਹ ਸਾਡੀ ਖਾਤਰ ਲੜਦੇ ਨੇ, ਅਸੀਂ ਵੀ ਇਕੱਠੇ ਹੋਈਏ। ਕਿਉਂਕਿ ਅਸੀਂ ਜੇ ਕਿਸਾਨ ਯੂਨੀਅਨ ਦਾ ਜਿਹੜੀਆਂ ਲੀਡਰ ਨੇ, ਸਾਰੀਆਂ ਜਿੰਨੀਆਂ ਕਿਸਾਨ ਯੂਨੀਅਨ ਨੇ, ਇਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਜਿਹੜੀ ਲੜਾਈ ਇਕੱਲੀ ਕਿਸਾਨੀ ਦੀ ਖਾਤਰ ਨਹੀਂ, ਇਹ ਤੁਹਾਡੀ ਖਾਤਰ ਵੀ ਆ, ਦੁਕਾਨਦਾਰ ਦੀ ਵੀ, ਲੇਬਰ ਸਾਰਿਆਂ ਦੀ ਖਾਤਰ ਲੜਾਈ ਆ। ਉਹ ਮੈਸੇਜ ਕਿਵੇਂ ਪਹੁੰਚੇਗਾ, ਇੱਕ ਵੱਡਾ ਸਵਾਲ ਹੈ। मेरे को समा पीछे घट है। गुणी प्रकाश जी, एमएसपी कमेटी में भी आप हैं, अगर किसान नेता सारे इकट्ठे हो जाते हैं, आप अगर जवाब देना चाहें इसका कि अगर सभी संगठन इकट्ठे हो गए तो क्या किसी तरह का आपको लगता है कि बदलाव होगा, या कमेटी के लिए उनसे बातचीत करना कोई आसान होगा? नहीं, हमारा सभी किसान जो संगठनों से स्वागत है, वो हमारी एमएसपी में आके अपनी बात रखे। मैंने पहले भी कहा था और संयुक्त किसान मोर्चा के 3 किसानों को शामिल भी किया था जिन्होंने बायकॉट कर दिया। अब भी हमारी रिपोर्ट जो हम तैयार हो रहे हैं उसमें किसानों से स्वागत है कि वो अपने तर्क रखें, अपनी बात रखें। दूसरा, जो बार बार एक बात आ रही है, आड़ती मंडी में लूट किसने करी? आड़ती और सेलर मालिकों ने, सरकार ने तो एमएसपी पे पेमेंट कर दी, उसमें 200 से 304 रुपए की तो आड़तियों ने की,
सेलर मालिकों ने की। हमारा जो एमएसपी की रिपोर्ट है वो पूरी तरह से ये संगठन भी सम्मिलित हो गए और उसमें एमएसपी की बात भी होगी, किसान की बाजार की बात भी, सभी बातें उनमें हमने अभी भी कहा कि आप अपने तर्क रखो, हम अपने सुझाव दो, उनको अपनी कमेटी में शामिल करेंगे। ठीक है, चलिए मैं मेरे पास छोटे छोटे कमेंट का ही समय बाकी है। मैं गौहर साहब ਤੁਹਾਡੇ ਕੋਲ ਆ ਰਹੇ ਹਾਂ। ਪਹਿਲਾਂ ਰਵਨੀਤ ਬਰਾੜ ਜੀ, ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਸਮਰਥਨ ਦਾ ਮਤਲਬ ਕੀ ਹੋਏਗਾ। ਜਿਹੜੇ ਏਕੇ ਵਾਲਾ ਤੁਸੀਂ ਹੱਥ ਵਧਾ ਰਹੇ ਹੋ, ਲੋਕ ਇਹ ਚਾਹੁੰਦੇ ਹੋਣਗੇ ਕਿ ਠੀਕ ਹੈ ਏਕਾ ਹੋ ਗਿਆ, ਤਾਂ ਉਸ ਦਾ ਮਤਲਬ ਕੀ ਹੋਏਗਾ? ਕਿ ਤੁਹਾਡੀਆਂ ਜਥੇਬੰਦੀਆਂ ਐਸਕੇਐਮ ਵਾਲੀਆਂ ਉਸੇ ਲਾਮ ਲਸ਼ਕਰ ਦੇ ਨਾਲ ਬਾਰਡਰਾਂ ਦੇ ਉੱਤੇ ਪਹੁੰਚ ਜਾਣਗੀਆਂ ਖਨੌਰੀ ਤੇ ਸ਼ੰਭੂ? ਗੌਰਵ ਜੀ ਦੇਖੋ, ਜਿਹੜੀ ਸਾਡੀ ਹਾਈ ਪਾਵਰਡ ਕਮੇਟੀ ਬਣੀ ਐਸਕੇਐਮ ਦੀ ਤਾਲਮੇਲ ਕਮੇਟੀ, ਉਹ ਤਾਲਮੇਲ ਕਮੇਟੀ ਕੱਲ ਉੱਥੇ ਜਾਊਗੀ, ਉੱਥੇ ਪ੍ਰਸਤਾਵ ਰੱਖੂਗੀ, ਉੱਥੇ ਗੱਲਬਾਤ ਕਰੂਗੀ ਤੇ ਫਾਈਨਲੀ ਸਾਡੀ ਮੀਟਿੰਗ 15 ਤਰੀਕ ਨੂੰ ਪਟਿਆਲਾ ਵਿਖੇ ਹੋਣੀ ਹੈ, ਜਿਹਦੇ ਵਿੱਚ ਅਸੀਂ ਦੋਵੇਂ ਫੋਰਮ ਬੈਠ ਕੇ ਗੱਲਬਾਤ ਕਰਨਗੇ ਤੇ ਅੱਗੇ ਅਸੀਂ ਅੰਦੋਲਨ ਨੂੰ ਕਿਵੇਂ ਵਧਾ ਸਕਦੇ ਹਾਂ, ਕੀ ਰੂਪਰੇਖਾ ਇਹਦੀ ਤਿਆਰ ਕਰ ਸਕਦੇ ਆ। ਇਹ ਕੋਈ ਇੱਕ ਦਿਨ ਦਾ ਜਾਂ ਕੋਈ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਬਹੁਤ ਵੱਡੇ ਲੀਡਰ ਆ ਜਿਹੜੇ ਕਿਸਾਨ ਆਗੂ, ਉਹ ਇਕੱਠੇ ਬੈਠਣਗੇ, ਉਹ ਵਿਚਾਰ ਵਟਾਂਦਰਾ ਕਰਨਗੇ। ਜੇ ਕੋਈ ਮਨਮਟਾ ਜਾਂ ਕੋਈ ਕੁਝ ਮੁੱਦਿਆਂ ਤੇ ਜੇ ਕੋਈ ਸਹਿਮਤੀ ਨਹੀਂ ਹੈਗੀ ਜਾਂ ਕੋਈ ਇਹੋ ਜੀ ਗੱਲ ਹੈ, ਉਹਨੂੰ ਦੂਰ ਕਰਨਗੇ। ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਸਾਡੀ ਕੋਈ ਕਿਸੇ ਦੀ ਸਰਕਾਰ ਨਾਲ ਨਿੱਜੀ ਲੜਾਈ ਨਹੀਂ, ਅਸੀਂ ਮੁੱਦਿਆਂ ਤੇ ਲੜ ਰਹੇ ਹਾਂ ਸਰਕਾਰ ਨਾਲ, ਸਾਡੀ ਲੜਾਈ ਮੁੱਦਿਆਂ ਦੀ ਹੈ, ਅਸੀਂ ਕੋਈ ਨਿੱਜੀ ਲੜਾਈ ਲੈ ਕੇ ਬਾਹਰ ਨਹੀਂ ਨਿਕਲੇ। ਤੀਸਰੀ ਗੱਲ ਮੈਂ ਗੁਣੀ ਪ੍ਰਕਾਸ਼ ਜੀ ਨੂੰ ਕਹਿਣਾ ਵੀ ਕਿਉਂ ਨਹੀਂ, ਜੇ ਤੁਸੀਂ ਐਮਐਸਪੀ ਕਮੇਟੀ ਦੇ ਵਿੱਚ ਹੈਗੇ ਆ ਤਾਂ ਕਿਉਂ ਨਹੀਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿੰਦੇ ਵੀ ਕਿਸਾਨ ਆਗੂਆਂ ਨਾਲ ਬੁਲਾ ਕੇ ਗੱਲਬਾਤ ਕੀਤੀ ਜਾਵੇ? ਕਿਉਂ ਨਹੀਂ ਤੁਸੀਂ ਉੱਥੇ ਜਾ ਕੇ ਦਰਵਾਜ਼ਾ ਖਟਖਟਾਉਂਦੇ? ਇੱਥੇ ਤਾਂ ਤੁਸੀਂ ਡੱਲੇਵਾਲ ਸਾਹਿਬ ਕੋਲੇ ਆ ਗਏ, ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਪੀਐਮ ਕੋਲੇ ਜਾਓ, ਉੱਥੇ ਉਹਨਾਂ ਨੂੰ ਕਹੋ ਵੀ ਡੱਲੇਵਾਲ ਸਾਹਿਬ ਦਾ ਅੰਤਨ ਤੜਾ ਕੇ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਜਾਵੇ। ਇਹ ਤਾਂ ਇੱਕ ਮੇਰੇ ਹਿਸਾਬ ਤੇ ਤਾਂ ਗੁਣੀ ਪ੍ਰਕਾਸ਼ ਜੀ ਦਾ ਫੋਟੋਆਂ ਕਰਾਉਣ ਆਉਂਦੇ ਆ, ਉਹ ਕਰਾ ਕੇ ਜਾ ਵੜਦੇ ਆ ਵੀ ਅਸੀਂ ਜਾਏ। ਇਹਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ। ਦੇਖੋ, ਮੈਨੂੰ ਜਿੱਥੇ ਤੱਕ ਨੌਲੇਜ ਹੈ ਗੁਣੀ ਪ੍ਰਕਾਸ਼ ਜੀ ਦੀ ਜਿਹੜੀ ਰਿਪੋਰਟਿੰਗ ਹੈ ਪੂਰੀ ਕਮੇਟੀ ਦੀ ਜਿਹੜੀ ਰਿਪੋਰਟ ਕਰ ਰਹੀ ਹੈ, ਉਹ ਸੁਪਰੀਮ ਕੋਰਟ ਨੂੰ ਕਰ ਰਹੀ ਹੈ, ਉਹ ਸਰਕਾਰ ਨੂੰ ਨਹੀਂ ਰਿਪੋਰਟ ਕਰ ਰਹੀ, ਉਹ ਸੁਪਰੀਮ ਕੋਰਟ ਨੂੰ ਰਿਪੋਰਟ ਕਰ ਰਹੀ ਹੈ। ਸੁਪਰੀਮ ਕੋਰਟ 'ਚ ਆਪਣੀ ਰਿਪੋਰਟ ਸੌਂਪੇਗੀ। ਖੈਰ ਸਮਾਂ ਘੱਟ ਹੈ। ਗੌਹਰ ਸਾਹਿਬ, ਤੁਹਾਡਾ ਇੱਕ ਬਹੁਤ ਇੰਪॉर्टेंट ਮੈਨੂੰ ਟੇਕ ਚਾਹੀਦਾ है। खनौरी मोर्चा, अभिमन्यु जी, किस तरह से आपको लगता है कि एसकेएम का साथ आपको मिलना चाहिए? थोड़ा सा मैं अगले स्टेप के ऊपर पहुंच गया कि अभी बातचीत होनी है, बातचीत के बाद एकता होती है नहीं होती, वो सारी चीजें, लेकिन साथ आज की डेट में किस तरह का एसकेएम का चाहिए? क्या केवल नेता पहुंच जाएं बहुत है, या आपको लगता है कि स्ट्रेंथ किसानों की भी अगर बॉर्डरों पे बढ़े तो उसका फायदा होगा? देखिए, मुझे लगता है कि देश के किसानों को अधिक से अधिक संख्या में खनौरी मोर्चे पे आना चाहिए। कुछ दिन पहले तक जब प्रशासन, केंद्र सरकार, राज्य सरकारें मोर्चे पे जबरदस्ती हमला करने की कोशिश कर रही थी, तो उस समय डलेवाल साहब की कॉल पे रात को हजारों नौजवान स्पेशली रात की ड्यूटी देने के लिए आते थे। उसी के कारण केंद्र सरकार और राज्य सरकारें पीछे हटी हैं, नहीं तो ये एयर एम्बुलेंस तक की तैयारी कर रहे थे। तो मुझे लगता है कि निश्चित तौर पे अधिक से अधिक संख्या में किसानों को मोर्चे पे पहुंचना चाहिए। 12 तारीख से हिसार से किसानों का हरियाणा के बड़ा जत्था खनौरी मोर्चे पे आएगा, 13 तारीख को सोनीपत से आएगा। इसी तरीके से लगातार सीक्वेंस बनाया हुआ है और किसानों की संख्या अधिक से अधिक होनी चाहिए। उसके लिए जो भी साथी जिस भी तरीके से सहयोग करते हैं, सबका हम हाथ जोड़ के और सर झुका के हम स्वागत करते हैं। चलिए, शुक्रिया, बहुत बहुत धन्यवाद साडे नाल जुड़न दे लई, सारे मेहमानां दा धन्यवाद साडे नाल जुड़न दे लई।